ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 59 ਤੇ 59 ਹੇਠੋਂ ਦੂਸਰੀ ਪੰਕਤੀ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਰਾਰਨ ਬਿਹਾਰੀ ਬਿੰਦੀ। ਲਹਿਰੀ ਨਾਲ ਪਛਾੜੀਏ ਭੀ ਵਿਗਸੈ ਅਸਨੇਹ, ਜਲ ਮਹਿ ਜੀ ਉਪਾਇ ਕੈ ਬਿਨ ਜਲ ਮਰਨ ਤਿਨੇ। ਰੇ ਮਨ, ਹੇ ਮਨ, ਐਸੀ ਹਰਿ ਸਿਉ ਪ੍ਰੀਤ ਕਰ। ਰੱਬ ਨਾਲ ਇਹੋ ਜਿਹਾ ਪਿਆਰ ਪਾ, ਕਿਹੋ ਜਿਹਾ? ਜੈਸੀ ਜਲ ਕਮਲੇ, ਜਿਵੇਂ ਕਮਲ ਫੁੱਲ ਦਾ ਪਾਣੀ ਨਾਲ ਪਿਆਰ ਹੁੰਦਾ ਹੈ। ਹੇ ਮਨ, ਤੂੰ ਵੀ ਰੱਬ ਨੂੰ ਇਸ ਤਰ੍ਹਾਂ ਪਿਆਰ ਕਰ। ਯਾਦ ਰੱਖਣਾ, ਪਾਣੀ ਦਾ ਕਮਲ ਨਾਲ ਪਿਆਰ ਨਹੀਂ ਹੁੰਦਾ, ਕਮਲ ਫੁੱਲ ਦਾ ਪਾਣੀ ਨਾਲ ਪਿਆਰ ਹੁੰਦਾ ਹੈ। ਜਿਵੇਂ ਪਾਣੀ ਦਾ ਮੱਛੀ ਨਾਲ ਪਿਆਰ ਨਹੀਂ ਹੁੰਦਾ, ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ ਹੈ। ਇਹ ਤਾਂ ਸਿਰਫ ਇੱਕ ਮਨੁੱਖ ਹੈ ਜਿਹਦਾ ਪਿਆਰ ਰੱਬ ਨਾਲ ਹੈ ਅਤੇ ਰੱਬ ਮਨੁੱਖ ਨੂੰ ਪਿਆਰ ਕਰਦਾ ਹੈ। ਇਹ ਦਵੱਲਾ ਹੈ। ਜਿਹੜਾ ਮਨੁੱਖੀ ਪਿਆਰ ਨਾ ਰੱਬ ਨਾਲ ਕਰਨਾ, ਇਹ ਦਵੱਲਾ ਹੈ। ਰੱਬ ਤਾਂ ਸਾਨੂੰ ਪਿਆਰ ਕਰਦਾ ਹੀ ਕਰਦਾ, ਸਿਰਫ ਸਾਡੇ ਵੱਲੋਂ ਕਸਰ ਹੈ, ਸਾਡੇ ਵੱਲੋਂ ਕਸਰ ਹੈ। ਬਾਕੀ ਸਾਰਾ ਇੱਕ ਪਾਸੜ ਪਿਆਰ ਹੁੰਦਾ ਹੈ। ਹੁਣ ਜਲ ਦਾ ਕਮਲ ਫੁੱਲ ਨਾਲ ਪਿਆਰ ਨਹੀਂ, ਕਮਲ ਫੁੱਲ ਦਾ ਜਲ ਨਾਲ ਪਿਆਰ ਹੈ। ਪ੍ਰੀਤ ਹੈ, ਕਹਿੰਦੇ ਜਿਵੇਂ ਕਮਲ ਫੁੱਲ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ ਨਾ, ਕਹਿੰਦੇ ਇਸ ਤਰ੍ਹਾਂ ਤੋਂ ਰੱਬ ਨੂੰ ਪ੍ਰੀਤ ਕਰ। ਕਮਲ ਫੁੱਲ ਜਿਵੇਂ ਪਾਣੀ ਨੂੰ ਪਿਆਰ ਕਰਦੇ, ਕਿਉਂਕਿ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਕਮਲ ਫੁੱਲ ਵੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਆਪਣੀ ਜੀਰੀ ਹੈ, ਇਹ ਵੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਆਪਾਂ ਪਾਣੀ ਲਾਵਾਂਗੇ ਸੁੱਕ ਸੜ ਜਾਏਗੀ। ਕਹਿੰਦੇ ਜਿਵੇਂ ਕਮਲ ਫੁੱਲ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ, ਹੇ ਮਨਾ, ਇਸ ਤਰ੍ਹਾਂ ਤੂੰ ਰੱਬ ਨੂੰ ਪ੍ਰੀਤ ਕਰ। ਲਹਿਰੀ ਨਾਲ ਪਛਾੜੀਏ, ਪਛਾੜਨਾ ਹੁੰਦਾ ਪਿੱਛੇ ਨੂੰ ਧੱਕਣਾ। ਅਲਾ ਕਹਿੰਦਾ ਵੀ ਉਹ ਦੌੜ ਦੇ ਵਿੱਚ ਬਾਕੀ ਸਾਰਿਆਂ ਨੂੰ ਪਛਾੜ ਗਿਆ, ਪਿੱਛੇ ਛੱਡ ਗਿਆ। ਹੁਣ ਲਹਿਰਾਂ ਜਿਹੜੀਆਂ ਨੇ ਉਹ ਧੱਕਾ ਮਾਰਦੀਆਂ ਨੇ ਕਮਲ ਫੁੱਲ ਨੂੰ। ਲਹਿਰੀ ਨਾਲ ਪਛਾੜੀਏ, ਲਹਿਰਾਂ ਦੇ ਨਾਲ ਕਮਲ ਦਾ ਬੂਟਾ ਜਿਹੜਾ ਪਿੱਛੇ ਨੂੰ ਧੱਕਿਆ ਜਾਂਦਾ। ਭੀ ਵਿਗਸੈ ਅਸਨੇਹ, ਭੀ ਮੈਨੇ ਫਿਰ ਵੀ, ਵਿਗਸੈ ਹੁੰਦਾ ਖਿੜਨਾ, ਖੁਸ਼ ਹੋਣਾ, ਅਸਨੇਹ ਹੁੰਦਾ ਪਿਆਰ ਕਾਰਨ। ਪਰ ਉਹਦਾ ਪਾਣੀ ਨਾਲ ਪਿਆਰ ਹੋਣ ਕਾਰਨ ਭਾਵੇਂ ਪਾਣੀ ਦੀਆਂ ਲਹਿਰਾਂ ਉਹਨੂੰ ਪਛਾੜਦੀਆਂ ਹਨ, ਫਿਰ ਵੀ ਉਹ ਖੁਸ਼ ਹੈ, ਫਿਰ ਵੀ ਉਹ ਖਿੜਦਾ ਹੈ। ਉਹ ਪਾਣੀ ਦੀਆਂ ਲਹਿਰਾਂ ਨੂੰ ਨਾਰਾਜ਼ ਨਹੀਂ ਹੁੰਦਾ ਕਿ ਤੁਸੀਂ ਮੈਨੂੰ ਧੱਕੇ ਕਿਉਂ ਮਾਰਦੀ ਹੋ। ਉਹ ਖਿੜਦਾ ਹੈ, ਖੁਸ਼ ਹੁੰਦਾ। ਵਿਕਸਣਾ ਹੁੰਦਾ ਖੁਸ਼ ਹੋਣਾ, ਖਿੜਨਾ। ਜਲ ਮਹਿ ਜੀ ਉਪਾਇ ਕੈ, ਜੀ ਮੈਨੇ ਜੀਵ। ਇੱਕ ਹੁੰਦਾ ਜੀ ਜੱਜਨ ਬਿਹਾਰੀ ਜੀ, ਉਹ ਕਹਿੰਦਾ ਆਪਾਂ ਕਹਿੰਦਾ ਆਓ ਜੀ, ਬੈਠੋ ਜੀ। ਇੱਕ ਜੀ ਦਾ ਮਤਲਬ ਹੁੰਦਾ ਮਨ, ਦਿਲ। ਮੇਰਾ ਜੀ ਅੱਜ ਕੱਚਾ ਹੋ ਰਿਹਾ ਹੈ। ਇੱਥੇ ਜੀ ਦਾ ਮਤਲਬ ਜੀਵ, ਜੀਵ ਜੰਤੂ। ਜਲ ਮੈਂ ਜੀ ਉਪਾਇ ਕੈ, ਉਪਾਏ ਹੁੰਦਾ ਪੈਦਾ ਕਰਨਾ। ਬਿਨ ਜਲ ਮਰਨ ਤਿਨੇ, ਤਿਨੇ ਹੁੰਦਾ ਉਹਨਾਂ ਦਾ। ਪਰਮਾਤਮਾ ਨੇ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਹੋਏ ਹਨ। ਉਹ ਪਾਣੀ ਤੋਂ ਬਿਨਾਂ ਮਰ ਜਾਂਦੇ ਨੇ, ਕਿਉਂਕਿ ਪਾਣੀ ਹੀ ਉਹਨਾਂ ਦਾ ਜੀਵਨ ਹੈ। ਜਿਹੜੇ ਪਾਣੀ 'ਤੇ ਨੇ ਜੀਵ ਪੈਦਾ ਹੋਏ ਪਾਣੀ 'ਚੋਂ, ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ। ਅਸੀਂ ਸੁੱਕੀ ਧਰਤੀ 'ਤੇ ਪੈਦਾ ਹੋਏ, ਅਸੀਂ ਪਾਣੀ 'ਚ ਨਹੀਂ ਰਹਿ ਸਕਦੇ। ਸਾਨੂੰ ਸੁੱਕੀ ਥਾਂ ਚਾਹੀਦੀ ਹੈ। ਪਾਣੀ 'ਚ ਅਸੀਂ ਬਹੁਤਾ ਸਮਾਂ ਨਹੀਂ ਰਹਿ ਸਕਦੇ, ਡੁੱਬ ਡੱਬ ਜਾਵੇਂ, ਭੁੱਖੇ ਮਰ ਜਾਵਾਂਗੇ ਉੱਥੇ।
ਸੋ ਪਰਮਾਤਮਾ ਨੇ ਪਾਣੀ 'ਚ ਜਿਹੜੇ ਜੀਵ ਪੈਦਾ ਕੀਤੇ ਨੇ ਉਹ ਪਾਣੀ ਤੋਂ ਬਿਨਾਂ ਨਹੀਂ ਰਸਤੇ। ਪਾਣੀ ਤੋਂ ਬਿਨਾਂ ਉਹਨਾਂ ਦੀ ਮੌਤ ਹੈ, ਮਰਨ। ਉਹਨਾਂ ਨੇ ਔਂਕੜ ਲਾ ਕੇ ਮੌਤ ਬਣਾਤਾ ਹੈ। ਉਹਨਾਂ ਦੇ ਪਾਣੀ ਤੋਂ ਬਿਨਾਂ ਮੌਤ ਹੋ ਜਾਂਦੀ ਹੈ। ਮਨ ਰੇ ਕਿਉਂ ਛੂਟੇ ਬਿਨ ਪਿਆਰ। ਕਿਉਂ ਹੁੰਦਾ, ਕਿਉਂ ਦੇ ਦੋ ਅਰਥ ਨੇ। ਇੱਕ ਤਾਂ ਕਿਉਂ, ਜਿਹਨੂੰ ਕਹਿੰਦੇ ਵਾਈ, ਤੁਸੀਂ ਕਿਉਂ ਲੜ ਰਹੇ ਹੋ, ਤੁਸੀਂ ਕਿਉਂ ਰੌਲਾ ਪਾ ਰਹੇ ਹੋ, ਉਹ ਤੇ ਕਾਰਨ ਹੈ। ਦੂਜਾ ਕਿਉਂ ਮੈਨੇ ਕਿਵੇਂ, ਕਿਸ ਤਰ੍ਹਾਂ। ਕਿਵ ਤੋਂ ਬਣਿਆ। ਹਿੰਦੀ ਦਾ ਸ਼ਬਦ ਹੈ ਕਿਵ। ਕਿਵ ਤੋਂ ਪੰਜਾਬੀ 'ਚ ਬਣਦਾ ਕਿਉਂ। ਹਿੰਦੀ 'ਚ ਜਿਵ, ਉਸ ਤੋਂ ਪੰਜਾਬੀ 'ਚ ਬਣਦਾ ਜਿਉਂ। ਹਿੰਦੀ 'ਚ ਕਹਿੰਦੇ ਤਿਵ, ਉਸ ਤੋਂ ਪੰਜਾਬੀ 'ਚ ਬਣਦਾ ਤਿਉਂ। ਇਸ ਤਰ੍ਹਾਂ ਊੜਾ ਬਿੰਦੀ 'ਚ ਬਦਲ ਜਾਂਦਾ ਇਸ ਤਰ੍ਹਾਂ। ਮਨ ਰੇ ਕਿਉਂ ਛੂਟੈ ਬਿਨ ਪਿਆਰ। ਜਦੋਂ ਸੰਬੋਧਨ ਕੀਤਾ ਗਿਆ ਹੋਵੇ, ਤੂੰ ਦੀ ਭਾਵਨਾ ਹੋਵੇ। ਜਦੋਂ ਕਿਸੇ ਪੰਕਤੀ 'ਚ ਮੈਂ ਹਾਂ ਤੂੰ ਦੀ ਭਾਵਨਾ ਹੋਵੇ ਤਾਂ ਜਿਹੜੀ ਕਿਰਿਆ ਹੁੰਦੀ ਹੈ ਉਹ ਨਕਰੇ ਬੋਲੀ ਜਾਂਦੀ ਹੈ। ਛੂਟਹਿ ਨਹੀਂ ਇਹਨੂੰ ਪੜ੍ਹਨਾ, ਇਹ ਬਹੁਵਚਨ ਹੈ ਛੂਟਹਿ, ਕਿਉਂਕਿ ਬੁਲਾਇਆ ਗਿਆ ਉਸ ਨੂੰ। ਮੰਨ ਰਹੇ ਵੀ ਹੇ ਮਨਾ, ਇਹ 'ਚ ਤੂੰ ਦੀ ਭਾਵਨਾ ਹੋਣ ਕਰਕੇ ਛੂਟਹਿ ਲੱਗੇਗਾ। ਮਨ ਰੇ ਕਿਉਂ ਛੂਟੈ ਬਿਨ ਪਿਆਰ। ਗੁਰਮੁਖ ਅੰਤਰ ਰਵ ਰਿਹਾ, ਬਖਸ਼ੇ ਭਗਤ ਭੰਡਾਰ। ਬਖਸ਼ੇ, ਖੱਖੇ ਦੇ ਪੈਰ 'ਚ ਬਿੰਦੀ, ਸੱਸੇ ਦੇ ਪੈਰ 'ਚ ਬਿੰਦੀ। ਇਹ ਫਾਰਸੀ ਦਾ ਸ਼ਬਦ ਹੈ। ਬਖਸ਼ ਤੋਂ ਬਣੇ ਬਖਸ਼ੀਸ਼, ਆਪਾਂ ਲੈ ਬਖਸ਼ੀਸ਼ ਸਿੰਘ। ਬਹੁਤਿਆਂ ਨੂੰ ਪਤਾ ਨਹੀਂ, ਉਹ ਖੱਖੇ ਦੇ ਪੈਰ 'ਚ ਬਿੰਦੀ ਨਹੀਂ ਲਾਉਂਦੇ, ਦੋਨੋਂ ਸੱਸਿਆਂ ਦੇ ਪੈਰ 'ਚ ਬਿੰਦੀ ਤਾਂ ਲਾਉਂਦੇ ਨੇ। ਪਰ ਫਾਰਸੀ ਦਾ ਸ਼ਬਦ ਹੈ ਇਹ ਬਖਸ਼ੀਸ਼, ਜਿਵੇਂ ਖੱਖੇ ਦੇ ਪੈਰ 'ਚ ਵੀ ਬਿੰਦੀ ਬੋਲਣੀ ਹੈ। ਬਖਸ਼ੇ, ਖੱਖੇ ਦੇ ਪੈਰ 'ਚ ਬਿੰਦੀ ਬੋਲਣੀ ਹੈ, ਫਿਰ ਸੱਸੇ ਦੇ ਪੈਰ 'ਚ ਬਿੰਦੀ ਬੋਲਣੀ। ਬਖਸ਼ੇ। ਜੇ ਕਿਸੇ ਨੂੰ ਕਹੋ ਲਿਖੋ ਗੁਰਬਖਸ਼ ਸਿੰਘ, ਤਾਂ ਫਿਰ ਉਹਨੂੰ ਬੜੇ ਧਿਆਨ ਨਾਲ ਲਿਖਣਾ ਪਏਗਾ। ਗੁਰਮੁਖ ਅੰਤਰ ਰਵ ਰਿਹਾ, ਰਵ ਹੁੰਦਾ ਵਸਣਾ। ਗੁਰਮੁਖ ਅੰਤਰ ਰਵ ਰਿਹਾ, ਬਖਸ਼ੇ ਭਗਤ ਭੰਡਾਰ। ਮਨ ਰੇ ਹੇ ਮਨਾ, ਕਿਉਂ ਛੂਟੈ ਬਿਨ ਪਿਆਰ। ਤੂੰ ਪਿਆਰ ਤੋਂ ਬਿਨਾਂ, ਰੱਬੀ ਪਿਆਰ ਤੋਂ ਬਿਨਾਂ ਤੇਰਾ ਕਿਵੇਂ ਛੁਟਕਾਰਾ ਹੋ ਸਕਦਾ। ਹੁਣ ਸਵਾਲ ਪੈਦਾ, ਕਾਹਦੇ ਤੋਂ ਛੁਟਕਾਰਾ ਬਈ। ਇਹ ਮੋਹ ਮਾਇਆ ਤੋਂ। ਇਹ ਸੰਸਾਰਕ ਮੋਹ, ਸੰਸਾਰਕ ਮਾਇਆ ਜਿਹੜੀ ਹੈ ਇਹ ਮੋਹ ਹੈ। ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਮੋਹ ਰੂਪ ਹਨ। ਜਿੰਨੇ ਜੀਵ ਨੇ ਉਹ ਵੀ ਮੋਹ ਰੂਪ ਨੇ। ਸਾਡਾ ਮੋਹ ਜਾਂ ਜੀਵਾਂ ਨਾਲ ਹੁੰਦਾ ਹੈ, ਜਾਂ ਚੀਜ਼ਾਂ ਨਾਲ ਹੁੰਦਾ ਹੈ, ਜਾਂ ਮਾਇਆ ਨਾਲ ਹੁੰਦਾ ਹੈ। ਅਤੇ ਹਰ ਇੱਕ ਬੰਦਾ ਕਿਸੇ ਨਾ ਕਿਸੇ ਮੋਹ ਵਿੱਚ ਹੈ। ਕਿਸੇ ਦਾ ਸਰੀਰ ਨਾਲ ਮੋਹ ਹੈ, ਕਿਸੇ ਦਾ ਮਾਇਆ ਨਾਲ ਮੋਹ ਹੈ, ਕਿਸੇ ਦਾ ਕਿਸੇ ਚੀਜ਼ ਨਾਲ ਮੋਹ ਹੈ। ਜਿਸ ਨਾਲ ਸਾਡਾ ਮੋਹ ਹੈ, ਜਦੋਂ ਸਾਡੇ ਤੋਂ ਵਿਛੜਦੀ ਹੈ, ਜਾਂ ਮਰਦੀ ਹੈ, ਜਾਂ ਟੁੱਟਦੀ ਹੈ, ਸਾਨੂੰ ਫਿਰ ਦੁੱਖ ਹੁੰਦਾ। ਹੁਣ ਉਹ ਤੋਂ ਛੁੱਟਿਆ ਕਿਵੇਂ ਜਾ ਸਕਦਾ। ਦੇਖੋ, ਇੱਕ ਪਾਸਾ ਛੱਡਣ ਲਈ ਦੂਜੇ ਪਾਸੇ ਲੱਗਣਾ ਪਵੇਗਾ, ਉਂਝ ਨਹੀਂ ਗੱਲ ਬਣਦੀ। ਦੂਜੇ ਪਾਸੇ ਲੱਗਣਾ, ਪਹਿਲਾਂ ਦੂਸਰੇ ਪਾਸੇ ਲਾਉਣਾ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ। ਹੇ ਮਨਾ, ਤੂੰ ਰੱਬੀ ਪਿਆਰ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਕਿਵੇਂ ਛੁੱਟ ਸਕਦਾ ਹੈ। ਅਤੇ ਮਾਇਆ ਮੋਹ ਤੋਂ ਤੇਰਾ ਛੁਟਕਾਰਾ ਤਾਂ ਹੋ ਜੇ ਤੂੰ ਰੱਬ ਨੂੰ ਪਿਆਰ ਕਰੇਂਗਾ। ਕਿਉਂ ਫਿਰ ਇੱਕ ਪਾਸੇ ਹੋ ਸਕਦਾ ਨਾ, ਦੋ ਪਾਸੇ ਨਹੀਂ ਹੋ ਸਕਦਾ। ਗੁਰਮੁਖ ਅੰਤਰ ਰਵ ਰਿਹਾ, ਬਖਸ਼ੇ ਭਗਤ ਭੰਡਾਰ। ਜਿਹੜਾ ਹੁੰਦਾ ਗੁਰਮੁਖ, ਉਹਦੇ ਅੰਦਰ ਪਰਮਾਤਮਾ ਵਸਦਾ ਹੈ। ਰਵ ਹੁੰਦਾ ਵਸਣਾ। ਜਿਹੜਾ ਗੁਰਮੁਖ ਹੁੰਦਾ ਹੈ, ਗੁਰਮੁਖ ਕਿਹਨੂੰ ਕਹਿੰਦੇ, ਜਿਹੜਾ ਗੁਰੂ ਦੇ ਆਖੇ ਲੱਗੇ। ਨਿਰਾ ਗੁਰੂ ਵਾਲਾ ਗੁਰਮੁਖ ਨਹੀਂ ਹੁੰਦਾ। ਨਿਰਾ ਸਕੂਲ 'ਚ ਦਾਖਲਾ ਲੈ ਲੈਣ ਨਾਲ ਕੋਈ ਬੱਚਾ ਪਾਸ ਨਹੀਂ ਹੁੰਦਾ। ਪਾਸ ਹੋਣ ਲਈ ਉਹਨੂੰ ਮਿਹਨਤ ਕਰਨੀ ਪੈਗੀ, ਟੀਚਰਾਂ ਦੇ ਆਖੇ ਲੱਗਣਾ ਪਵੇਗਾ। ਗੁਰਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ।
ਅਤੇ ਸਾਡਾ ਗੁਰੂ ਇਸ ਵੇਲੇ ਕੌਣ ਹੈ? ਗੁਰਬਾਣੀ। ਜਿਹੜਾ ਸਿੱਖ ਗੁਰਬਾਣੀ ਦੇ ਅਨੁਸਾਰ ਜੀਵਨ ਜਿਉਂਦਾ ਹੈ, ਸਿਰਫ ਉਹੀ ਗੁਰਮੁਖ ਹੈ। ਕਿਸੇ ਨੂੰ ਦੇਖ ਕੇ ਗੁਰਮੁਖ ਨਹੀਂ ਕਹਿ ਜਾਣਾ ਵਿਆਹ ਵੀ ਗੁਰਮੁਖ ਆ। ਸ਼ਕਲ ਸੂਰਤ ਤੋਂ ਅੰਦਰਲੀ ਅਵਸਥਾ ਦਾ ਅੰਦਾਜ਼ਾ ਨਹੀਂ ਲਾ ਲੈਣਾ। ਬਹੁਤਿਆਂ ਨਾਲ ਧੋਖਾ ਇਸੇ ਲਈ ਹੁੰਦਾ ਹੈ ਕਿ ਅੰਦਾਜ਼ਾ ਲਾਉਂਦੇ ਬਾਹਰੋਂ ਵੇਖ ਕੇ ਬੰਦਾ ਤਾਂ ਸਾਊ ਲੱਗਦਾ ਜੀ। ਮੈਂ ਠੀਕ ਹੈ ਸਾਊ, ਹੁਣ ਕਰ ਤੂੰ 5 ਲੱਖ ਦਿੱਤੇ ਨਾ, ਲੈ ਲਾ ਹੁਣ, ਉਹ ਮੋੜਦਾ ਨਹੀਂ। ਹੁਣ ਉਹ ਬਥੇਰੇ ਆਉਂਦੇ ਮੇਰੇ ਕੋਲ, ਮੋੜਦਾ ਨਹੀਂ। ਮੈਂ ਤੁਹਾਨੂੰ ਕਿੰਨੇ ਕਿਹਾ ਸੀ ਉਧਾਰ ਦਿਓ? ਉਧਾਰ ਨਹੀਂ ਦੇਈਦਾ, ਦਾਨ ਦੇਈਦਾ। ਰਿਸ਼ਤੇਦਾਰ ਨੂੰ, ਦੋਸਤ ਮਿੱਤਰ ਨੂੰ, ਜਿਸ ਨੂੰ ਵੀ ਤੁਸੀਂ ਦੇਣਾ ਦਾਨ ਸਮਝ ਕੇ ਦੇਣਾ, ਉਧਾਰ ਨਹੀਂ। ਤੁਹਾਨੂੰ ਅਫਸੋਸ ਹੋਏਗਾ, ਕਿਉਂਕਿ ਮੋੜਨ ਦਾ ਰਿਵਾਜ਼ ਨਹੀਂ ਹੈਗਾ। ਤੁਸੀਂ ਕਿਸੇ ਤੋਂ ਕੋਈ ਚੀਜ਼ ਮੰਗ ਕੇ ਲੈਂਦੀ ਹੈ, ਕਹੀ ਹੋਈ ਸਪੋਜ਼ ਲੈਂਦੀ ਹੈ, ਮੁੜ ਕੇ ਨਹੀਂ ਆਵੋਗੇ, ਵਰਤ ਕੇ ਉਹਨੂੰ ਘਰ ਹੀ ਰੱਖ ਲਓਗੇ। ਕੀ ਫਰਜ਼ ਨਹੀਂ ਬਣਦਾ ਵੀ ਅਸੀਂ ਉਹਨੂੰ ਵਰਤ ਲਿਆ ਅਤੇ ਅਸੀਂ ਉਹਦੀ ਚੀਜ਼ ਮੋੜ ਕੇ ਨਾ, ਆਪ ਹੀ ਵਿਚਾਰਾ ਆਉਂਦਾ ਕਈ ਦਿਨਾਂ ਬਾਅਦ। ਰਿਵਾਜ਼ ਹੀ ਨਹੀਂ ਮੋੜਨ ਦਾ। ਛੋਟੀ ਮੋਟੀ ਚੀਜ਼ ਅਸੀਂ ਮੋੜ ਕੇ ਰਾਜੀ ਨਹੀਂ, ਅਤੇ ਮਾਇਆ ਕਿੱਥੋਂ ਮੋੜਾਂਗੇ? ਇਸ ਲਈ ਕਿਸੇ ਨੂੰ ਉਧਾਰ ਦੇਣਾ ਮਹਾਂ ਮੂਰਖਤਾ ਹੈ। ਬਾਕੀ ਦੇਖ ਲਓ, ਤੁਹਾਡੇ ਜੋ ਕੋਈ ਮੂਰਖ ਹੈ ਤਾਂ ਆਪਣਾ ਪਹਿਲੇ ਹੀ ਸਾਵਧਾਨ ਹੋ ਜਾਓ। ਮੋੜਨ ਦਾ ਰਿਵਾਜ਼ ਨਹੀਂ ਅੱਜ ਕੱਲ੍ਹ। ਬੇਈਮਾਨ ਲੋਕ ਨੇ, ਚਾਹੇ ਕੋਈ ਵੀ ਹੈ, ਕੋਈ ਵੀ ਰਿਸ਼ਤੇਦਾਰ ਹੈ, ਜਿਸ ਨੂੰ ਵੀ ਉਧਾਰ ਦੇਣਾ ਇਹ ਸਮਝਦੇ ਮੈਂ ਤਾਂ ਇਸ ਨੂੰ ਦਾਨ ਦੇਤਾ, ਬਸ ਮੋੜਤਾ ਨਹੀਂ ਨਾ, ਅਸੀਂ ਵੀ ਦਾਨ ਦੇਤਾ ਬਸ। ਫਿਰ ਤੁਹਾਨੂੰ ਕੋਈ ਨਹੀਂ ਤਾਂ ਫਿਰ ਤੁਹਾਨੂੰ ਦੁੱਖ ਹੋ ਹੀ ਜਾਵੇਗਾ। ਸੋ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਅੰਤਰ ਰੱਬ ਰਿਹਾ। ਜਿਹੜਾ ਗੁਰਮੁਖ ਹੁੰਦਾ ਉਹਦੇ ਅੰਦਰ ਪਰਮਾਤਮਾ ਵਸਦਾ ਹੈ, ਰੱਬ ਦਾ ਵਸਣਾ। ਇੱਕ ਸੂਰਜ ਵੀ ਹੁੰਦਾ ਰਵੀ, ਉਸ ਸੂਰਜ ਨੂੰ ਵੀ ਰਵੀ ਕਹਿੰਦੇ ਨੇ। ਇੱਥੇ ਵਸਣ ਤੋਂ ਭਾਵ ਬਖਸ਼ੇ ਭਗਤ ਭੰਡਾਰ। ਫਿਰ ਜਿਹਦੇ ਅੰਦਰ ਪਰਮਾਤਮਾ ਵਸਦਾ ਹੈ, ਭਾਵ ਜੋ ਗੁਰਮੁਖ ਹੈ, ਉਹਨੂੰ ਫਿਰ ਪਰਮਾਤਮਾ ਭਗਤੀ ਦਾ ਭੰਡਾਰ ਹੀ ਬਖਸ਼ ਦਿੰਦਾ, ਭਾਵ ਭਗਤੀ ਦੀ ਦਾਤ ਦੇ ਦਿੰਦਾ। ਲੈ ਬਈ ਦਿਨ ਰਾਤ ਲੱਗਾ ਰਹਿ ਭਗਤੀ ਕਰਨ। ਇਹ ਸਭ ਤੋਂ ਵੱਡੀ ਪਰਮਾਤਮਾ ਦੀ ਦਾਤ ਹੈ, ਨਾਮ ਦੀ ਦਾਤ। ਤਾਂ ਕਿ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਅੱਗੇ ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਨੀਰ ਪਾਣੀ ਨੂੰ ਕਹਿੰਦੇ ਨੇ। ਜਿਉਂ ਅਧਿਕੋ ਹੁੰਦਾ ਬਹੁਤ ਜ਼ਿਆਦਾ, ਤਿਉਂ ਸੁਖ ਘਣੋ ਮਨੇ ਬਹੁਤ। ਮਨ ਤਨ ਸ਼ਾਂਤ ਸਰੀਰ, ਬਿਨ ਜਲ ਘੜੀ ਨਾ ਜੀਵੀ। ਪ੍ਰਭ ਜਾਣੇ ਅਬ ਪੀਰ। ਅਬ ਹੁੰਦਾ ਹਿਰਦਾ, ਮਨ, ਪੀਰ ਮੈਨੇ ਪੀੜ ਦੁੱਖ। ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ। ਹੇ ਮਨਾ ਰੱਬ ਨਾਲ ਇਹੋ ਜਿਹਾ ਪਿਆਰ ਕਰ। ਕੈਸੀ ਪ੍ਰੀਤ? ਜੈਸੀ ਮਛਲੀ ਨੀਰ, ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੁੰਦਾ ਹੈ। ਤੁਸੀਂ ਕਹੋਗੇ ਵੀ ਨੀਰ ਜਿਹੜਾ ਹੈ ਇਹ ਪੁਲਿੰਗ ਹੈ, ਪਾਣੀ ਫਾਰਸੀ ਦਾ ਸ਼ਬਦ ਹੈ ਨੀਰ। ਪਾਣੀ ਪੁਲਿੰਗ ਹੈ, ਫਿਰ ਔਂਕੜ ਕਿਉਂ ਨਹੀਂ ਲੱਗਾ? ਜਦੋਂ ਕਿਸੇ ਨਾਲ ਸੰਬੰਧਕ ਲੱਗ ਜਾਏ, ਨਾ, ਨੂੰ, ਨੇ, ਦੀ, ਦਾ, ਇਹ ਲੱਗ ਜਾਏ, ਫਿਰ ਔਂਕੜ ਹੇਠੋਂ ਕੱਟ ਜਾਂਦਾ। ਜੈਸੀ ਮਛਲੀ ਨੀਰ, ਜਿਵੇਂ ਪਾਣੀ ਦਾ, ਮਛਲੀ ਦਾ ਪਾਣੀ ਨਾਲ। ਇਹਦੇ ਪਾਣੀ ਨਾਲ ਹੋਣ ਕਰਕੇ ਔਂਕੜ ਨਹੀਂ ਲੱਗਾ। ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ, ਕਹਿੰਦੇ ਇਸ ਤਰ੍ਹਾਂ ਤੂੰ ਰੱਬ ਨੂੰ ਪਿਆਰ ਕਰ। ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਅਸੀਂ ਰੱਬ ਨੂੰ ਪਿਆਰ ਨਹੀਂ ਕਰਦੇ, ਅਸੀਂ ਰੱਬ ਤੋਂ ਬਿਨਾਂ ਤਾਂ ਰਹਿ ਸਕਦੇ ਹਾਂ। ਅਸੀਂ ਰੱਬ ਤੋਂ ਬਿਨਾਂ ਰਹਿ ਸਕਦੇ ਹਾਂ, ਕਿਉਂਕਿ ਸਾਡਾ ਪਿਆਰ ਹੀ ਨਹੀਂ ਉਹਦੇ ਨਾਲ। ਪਿਆਰ ਦੀ ਇੱਕ ਨਿਸ਼ਾਨ ਦੱਸਦਾ, ਇੱਕ ਲੜਕਾ ਆ ਗਿਆ, ਫਲਾਣੀ ਲੜਕੀ ਨਾਲ ਮੇਰੀ ਸ਼ਾਦੀ ਹੋ ਜਾਏ ਜੀ। ਮੈਂ ਹੁਕਮਨਾਮਾ ਲਿਆ, ਗੁਰੂ ਮਹਾਰਾਜ ਕਹਿੰਦੇ ਇਹਦੇ ਨਾਲ ਤੇਰੀ ਸ਼ਾਦੀ ਨਹੀਂ ਹੋ ਸਕਦੀ। ਮੈਂ ਭਾਈ ਇਹਦੇ ਨਾਲ ਤੇਰੀ ਸ਼ਾਦੀ ਨਹੀਂ ਹੋਣੀ। ਉਹ ਉੱਥੇ ਹੀ ਰੋਣ ਲੱਗ ਪਿਆ ਮੇਰੇ ਬੈਠੇ ਹੀ, ਮੇਰੇ ਸਾਹਮਣੇ। ਮੈਂ ਯਾਰ ਕੋ ਹੈ ਹੀ ਅੰਦਰ ਪਿਆਰ ਹੈ। ਹਾਂ, ਇਹਨੂੰ ਇਸ ਤਰ੍ਹਾਂ ਹੋਊਗਾ ਤਾਂ ਜਾ ਕੇ ਗੱਲ ਬਣਦੀ ਹੈ। ਪਰ ਉੱਥੇ ਸੰਸਾਰੀ ਹੋਣ ਕਰਕੇ ਕਈ ਵਾਰੀ ਦੂਜਾ ਨਹੀਂ ਕਰਦਾ, ਜਾਂ ਹਾਲਾਤ ਉਹੋ ਜਿਹੇ ਨਹੀਂ ਬਣਦੇ।
ਰੱਬ ਤੇ ਸਾਨੂੰ ਪਿਆਰ ਕਰ ਹੀ ਰਿਹਾ, ਬਸ ਸਾਡੇ ਵੱਲੋਂ ਹੀ ਕਸਰ ਹੈ। ਗੁਰੂ ਤੇ ਸਿੱਖ ਨੂੰ ਪਿਆਰ ਕਰਦੇ, ਸਿੱਖ ਵੱਲੋਂ ਹੀ ਕਸਰ ਹੈ ਬਸ। ਸੋ ਇਸ ਲਈ ਕਹਿੰਦੇ ਜਿਵੇਂ ਮੱਛਲੀ ਪਾਣੀ ਨੂੰ ਪਿਆਰ ਕਰਦੀ ਹੈ ਨਾ, ਕਹਿੰਦੇ ਇਸ ਤਰ੍ਹਾਂ ਤੂੰ ਰੱਬ ਨੂੰ ਪਿਆਰ ਕਰ। ਜਿਉਂ ਅਧਿਕੋ, ਜਿਵੇਂ ਪਾਣੀ ਵੱਧਦਾ ਹੈ ਤਿਉਂ ਸੁੱਖ ਘਣੋ। ਮੱਛੀ ਨੂੰ ਬੜਾ ਸੁੱਖ ਮਿਲਦਾ, ਘਰੋਂ ਮੈਨੂੰ ਬਹੁਤ, ਮੱਛੀ ਬਹੁਤ ਸੁਖੀ ਹੁੰਦੀ ਹੈ। ਥੋੜ੍ਹੇ ਪਾਣੀ 'ਚ ਮੱਛੀ ਤੜਫਦੀ ਹੈ। ਸਮੁੰਦਰ ਦੇਖੋ, ਮੱਛੀ ਛਾਲਾਂ ਮਾਰਦੀ ਹੈ, ਪਾਣੀ 'ਚ ਛਾਲਾਂ ਮਾਰਨ ਖੁਸ਼ ਹੋ ਕੇ ਛਾਲਾਂ ਮਾਰਦੀ ਹੈ। ਮਨ ਤਨ ਸ਼ਾਂਤ ਸਰੀਰ, ਅਤੇ ਉਹਦੇ ਮਨ ਅਤੇ ਤਨ ਦੇ ਵਿੱਚ ਸਰੀਰ 'ਚ ਸ਼ਾਂਤੀ ਹੈ। ਭਾਵ ਉਹਦਾ ਮਨ ਵੀ ਸ਼ਾਂਤ ਹੈ, ਸਰੀਰ ਵੀ ਸ਼ਾਂਤ ਹੈ। ਕਿਉਂ? ਉਹ ਜਿੰਨਾ ਜ਼ਿਆਦਾ ਪਾਣੀ ਹੈ ਓਨੇ ਉਹ ਖੁਸ਼ ਹੈ, ਅਤੇ ਪਾਣੀ ਨਾਲ ਹੀ ਮੱਛੀ ਦਾ ਪਿਆਰ ਹੈ। ਇਸ ਲਈ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਹੇ ਇਨਸਾਨ ਤੂੰ ਵੀ ਰੱਬ ਨੂੰ ਇੰਨਾ ਪਿਆਰ ਕਰ ਕਿ ਉਹਦੇ ਬਿਨਾਂ ਤੂੰ ਰਹਿ ਹੀ ਨਾ ਸਕੇ। ਫਿਰ ਉਹ ਮਿਲਦਾ, ਉਹ ਤੋਂ ਪਹਿਲਾਂ ਨਹੀਂ ਮਿਲਦਾ। ਜਿੰਨਾ ਮਰਜ਼ੀ ਬਾਣੀ ਪੜ੍ਹ ਲਓ, ਜਿੰਨਾ ਮਰਜ਼ੀ ਸਿਮਰਨ ਕਰ ਲਓ, ਜਿੰਨਾ ਚਿਰ ਅੰਦਰ ਵਿਛੋੜੇ ਦਾ ਸੱਲ ਮਹਿਸੂਸ ਨਹੀਂ ਨਾ ਹੁੰਦਾ, ਉਹਨਾਂ ਚਿਰ ਨਹੀਂ ਗੱਲ ਬਣਦੀ, ਉਹਨਾਂ ਚਿਰ ਨਹੀਂ ਗੱਲ ਬਣਦੀ। ਜਦੋਂ ਅੰਦਰ ਵਿਛੋੜੇ ਦਾ ਮਹਿਸੂਸ ਹੋਵੇਗਾ ਨਾ, ਫਿਰ ਜਾ ਕੇ ਗੱਲ ਬਣਨੀ ਸ਼ੁਰੂ ਹੁੰਦੀ ਹੈ। ਬਿਨ ਜਲ ਘੜੀ ਨਾ ਜੀਵਈ, ਮੱਛੀ ਜਿਹੜੀ ਨਾ ਪਾਣੀ ਤੋਂ ਬਿਨਾਂ ਇੱਕ ਘੜੀ ਵੀ ਜਿਉਂਦੀ ਨਹੀਂ ਰਹਿ ਸਕਦੀ। ਘੜੀ 24.5 ਮਿੰਟ ਦੀ ਹੁੰਦੀ ਹੈ, ਭਾਵ ਥੋੜ੍ਹਾ ਜਿਹਾ ਸਮਾਂ ਵੀ। ਇੱਥੇ ਘੜੀ ਤੋਂ ਭਾਵ ਹੈ ਥੋੜ੍ਹਾ ਜਿਹਾ ਸਮਾਂ ਵੀ। ਮੱਛੀ ਪਾਣੀ ਤੋਂ ਬਿਨਾਂ ਥੋੜ੍ਹਾ ਜਿਹਾ ਸਮਾਂ ਵੀ ਨਹੀਂ ਜਿਉ ਸਕਦੀ। ਪ੍ਰਭ ਜਾਣੇ ਅਬ ਪੀਰ, ਪੀਰ ਮੈਨੇ ਦੁੱਖ, ਅਬ ਮੈਨੇ ਮਨ ਹਿਰਦਾ। ਪਰਮਾਤਮਾ ਮੱਛੀ ਦੇ ਹਿਰਦੇ ਦੇ ਦੁੱਖ ਨੂੰ ਜਾਣਦਾ ਹੈ। ਇਸ ਲਈ ਹੁਣ ਪਤਾ ਹੈ ਵੀ ਮੱਛੀ ਜਿਹੜੀ ਹੈ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਸਾਡੇ ਅੰਦਰ ਵੀ ਜਦੋਂ ਇਸ ਤਰ੍ਹਾਂ ਮਹਿਸੂਸ ਹੋਵੇਗਾ, ਰੱਬ ਫਿਰ ਉਸ ਨੂੰ ਜਾਣਦਾ ਕਿ ਹਾਂ ਇਹ ਹੁਣ ਮੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਬਸ ਫਿਰ ਉਹ ਮਿਲ ਪੈਂਦਾ ਹੈ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਂ ਸਾਰ ਭਰ ਥਲ ਹਰਿਆਵਲੇ। ਇੱਕ ਬੂੰਦ ਨ ਪਵੀ ਕੇ ਕਰਮ ਵਿਲੈ ਸੋ ਪਾਈਏ, ਕਿਰਤ ਪਿਆ ਸਿਰ ਦੇ। ਰੇ ਮਨ, ਹੇ ਮਨ, ਐਸੀ ਹਰਸਿਓ ਪ੍ਰੀਤ ਕਰ, ਰੱਬ ਨਾਲ ਇਹੋ ਜਿਹੀ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਂ, ਜਿਵੇਂ ਪਪੀਹੇ ਦੀ, ਬੰਬੀਹੇ ਦੀ ਪਾਣੀ ਨਾਲ, ਮੀਂਹ ਮੇਂ ਵਰਖਾ ਨਾਲ ਹੁੰਦੇ। ਕਿਉਂਕਿ ਜਿਹੜਾ ਧਰਤੀ ਦੇ ਪਾਣੀ ਹੈ, ਚਾਹੇ ਸਰੋਵਰ ਦਾ ਹੈ, ਨਦੀ ਦਾ ਹੈ, ਛੱਪੜ ਦਾ ਹੈ, ਸਮੁੰਦਰ ਦਾ ਹੈ, ਪਪੀਹੇ ਨੂੰ ਉਹਦਾ ਕੋਈ ਲਾਭ ਨਹੀਂ ਹੈ। ਕਿਉਂ? ਉਹਦੇ ਗਲੇ 'ਚ ਹੁੰਦੀ ਹੈ ਮੋਰੀ। ਜਦੋਂ ਹੇਠਾਂ ਮੂੰਹ ਕਰਕੇ ਪਾਣੀ ਪੀਂਦਾ ਹੇਠੋਂ, ਉਹ ਗਲੇ 'ਚ ਮੋਰੀ ਹੋਣ ਕੇ ਉਹ ਵਗ ਜਾਂਦਾ, ਅੰਦਰ ਜਾਂਦਾ ਨਹੀਂ। ਜਦੋਂ ਕਣੀਆਂ ਪੈਂਦੀਆਂ ਨੇ, ਫਿਰ ਉਹ ਮੂੰਹ ਉੱਪਰ ਨੂੰ ਕਰ ਲੈਂਦਾ, ਢੱਡ ਲਈਦਾ ਮੂੰਹ, ਫਿਰ ਕਣੀ ਸਿੱਧੀ ਉਹਦੇ ਮੂੰਹ 'ਚ ਡਿੱਗਦੀ ਹੈ। ਉਹਦਾ ਉਹਨੂੰ ਫਾਇਦਾ, ਬਾਕੀ ਪਾਣੀ ਦਾ ਕੋਈ ਫਾਇਦਾ, ਭਾਵੇਂ ਕਿੰਨੇ ਪਾਣੀ ਹੋਵੇ, ਭਾਵੇਂ ਆਲੇ ਦੁਆਲੇ ਕਿੰਨੇ ਹੀ ਪਾਣੀ ਕਿਉਂ ਨਾ ਹੋਵੇ। ਇਸ ਲਈ ਕਹਿੰਦੇ ਨੇ ਜਿਵੇਂ ਚਾਤ੍ਰਿਕ ਦਾ, ਪਪੀਹੇ ਦਾ, ਮੇਹ ਮੈਨੇ ਮੀਂਹ, ਮੀਂਹ ਨਾਲ ਪਿਆਰ ਹੁੰਦਾ ਨਾ, ਹੇ ਮਨਾ ਤੂੰ ਇਸ ਤਰ੍ਹਾਂ ਰੱਬ ਨੂੰ ਪਿਆਰ ਕਰ। ਚਾਤ੍ਰਿਕ ਪਾਣੀ ਤੋਂ ਬਿਨਾਂ ਫਿਰ ਬੋਲਦਾ ਰਹਿੰਦਾ ਹੈ, ਉਹ ਵਿਰਲਾਪ ਕਰਦਾ ਰਹਿੰਦਾ। ਸਰ, ਸਰੋਵਰ ਨੂੰ ਕਹਿੰਦੇ ਸਮੁੰਦਰ, ਸਰ ਮੈਨੇ ਸਰੋਵਰ ਵੀ ਹੁੰਦਾ, ਸਰ ਮੈਨੇ ਸਮੁੰਦਰ ਵੀ ਹੁੰਦਾ ਹੈ। ਸਰ ਭਰ ਥਲ ਹਰਿਆਵਲੇ, ਕਿ ਧਰਤੀ 'ਤੇ ਪਾਣੀ ਹੈ, ਹਰਿਆਵਲ ਹੈ, ਜਿਹੜੇ ਸਰੋਵਰ ਨੇ ਉਹ ਪਾਣੀ ਨਾਲ ਭਰੇ ਹੋਏ ਨੇ। ਇੱਕ ਬੂੰਦ ਨਾ ਪਵੀ, ਪਰ ਜੇ ਇੱਕ ਬੂੰਦ ਉਹਦੇ ਮੂੰਹ 'ਚ ਨਹੀਂ ਨਾ ਪੈਂਦੀ, ਕਿ ਹੁਣ ਇਸ ਪਾਣੀ ਦਾ ਕੀ ਫਾਇਦਾ, ਕਿ ਮੈਨੇ ਕੀ, ਹੁਣ ਇਸ ਪਾਣੀ ਨੂੰ ਕੀ ਕਰਨਾ। ਧਰਤੀ 'ਤੇ ਜਿਹੜਾ ਪਿਆ ਪਾਣੀ ਉਹਦੇ ਕਿਸੇ ਕੰਮ ਨਹੀਂ ਹੈਗਾ, ਅਗਰ ਉਹ ਬੂੰਦ ਉਹਦੇ ਮੂੰਹ 'ਚ ਨਹੀਂ ਪੈਂਦੀ ਹੈ। ਕੋਈ ਉਸ ਨੂੰ ਸਵਾਂਤੀ ਬੂੰਦ ਵੀ ਕਹਿੰਦੇ ਨੇ। ਸਵਾਂਤੀ ਬੂੰਦ ਜਿਹੜੀ ਹੁੰਦੀ ਹੈ, ਫਿਰ ਅੱਗੇ ਜਾ ਕੇ ਸਿੱਪੀ ਬਣਦੀ ਹੈ। ਘੋਗੇ ਸਿੱਪੀਆਂ ਨਾਮ ਸੁਣਿਆ ਹੋਣਾ। ਕਰਮ ਮਿਲੈ ਸੋ ਪਾਈਏ, ਪਰ ਗੱਲ ਤਾਂ ਇਹ ਨਾ,
ਜੋ ਭਾਗਾਂ 'ਚ ਉਹੀ ਮਿਲਣ। ਕਿਰਤ ਪਿਆ ਸਿਰ ਦੇ ਉੱਤੇ ਜੋ ਕਿਰਤ ਲਿਖੀ ਹੋਈ ਹੈ, ਜੋ ਸਾਡੀ ਕਿਸਮਤ ਲਿਖੀ ਹੋਈ ਹੈ, ਉਹਦੇ ਅਨੁਸਾਰ ਸਾਨੂੰ ਪ੍ਰਾਪਤੀ ਹੋਣੀ ਹੈ, ਉਹਦੇ ਅਨੁਸਾਰ ਪ੍ਰਾਪਤੀ ਹੋਣੀ ਹੈ। ਸੋ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ ਅਤੇ ਤਾਂ ਜਾ ਕੇ ਉਹਨੂੰ ਸਵੰਤੀ ਬੂੰਦ ਦੀ ਪ੍ਰਾਪਤੀ ਹੋਵੇਗੀ। ਨਹੀਂ ਤਾਂ ਜੋ ਉਹਨੇ ਕਿਰਤ ਕੀਤੀ ਹੋਈ ਹੈ, ਕਰਮ ਕੀਤੇ ਨੇ, ਉਹਦੇ ਅਨੁਸਾਰ ਪਿਆਸਾ ਰਹੇ, ਚਾਹੇ ਪਾਣੀ ਨਾਲ ਰਜਿਆ ਰਹੇ। ਇਸ ਤਰ੍ਹਾਂ ਇਨਸਾਨ ਦੱਸੇ ਭਾਈ, ਤੇਰੇ ਸਿਰ 'ਤੇ ਤੇਰੀ ਕਿਰਤ ਲਿਖੀ ਹੋਈ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋਰਾ। ਕੀਤੇ ਹੋਏ ਕੰਮ, ਕਿਰਤ ਕੀਤੇ ਹੋਏ ਕੰਮਾਂ ਕਾਰਨ ਅਸੀਂ ਪਰਮਾਤਮਾ ਤੋਂ ਵਿਛੜ ਗਏ। ਹੇ ਪਰਮਾਤਮਾ ਕਿਰਪਾ ਕਰ, ਸਾਨੂੰ ਆਪਣਾ ਨਾਮ ਲਾ ਲੈ। ਨਹੀਂ ਤਾਂ ਫਿਰ ਜੋ ਕਰਮ ਕੀਤੇ ਨੇ ਉਹਦੇ ਅਨੁਸਾਰ ਪ੍ਰਾਪਤੀ ਹੋਣੀ ਹੈ। ਹਾਂ, ਜੇ ਬਖਸ਼ਿਸ਼ ਹੋ ਜੇ ਕਰਮ ਮਿਲੇ ਸੋ ਪਾਈਏ, ਫਿਰ ਬਖਸ਼ਿਸ਼ ਦੇ ਨਾਲ ਜੋ ਮਿਲਦਾ ਹੈ ਉਹ ਮਨੁੱਖ ਪ੍ਰਾਪਤ ਕਰ ਲੈਂਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਆਵਟਣ ਕਿਆ ਰੱਖਣਾ ਇਹਨੂੰ, ਆਵਟਣ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਆਵਟਣ, ਵਾਵੇ ਦੇ ਅਧਿਕ ਲਾ ਕੇ। ਆਵਟਣ ਹੁੰਦਾ ਉਬਾਲਾ ਪਾਣ। ਤੁਸੀਂ ਪਾਣੀ ਜਾਂ ਦੁੱਧ ਅੱਗ ਦੇ ਉੱਤੇ ਰੱਖ ਦਿੱਤਾ ਹੈ, ਉਹ ਸੇਕ ਲੱਗਦਾ ਹੈ। ਆਵਟਣ ਦੇ ਦੋ ਅਰਥ ਨੇ, ਇੱਕ ਸੇਕ ਹੈ, ਇੱਕ ਉਬਾਲਾ ਹੈ। ਖਵੈ ਹੁੰਦਾ ਸਹਾਰਨ, ਸਹਿਣਾ। ਦੁੱਧ ਕੋ ਖਪਣ, ਖਪਣ ਹੁੰਦਾ ਸੜਨਾ। ਫਿਰ ਕੀ ਕਹਿੰਦੇ ਤੂੰ ਨਾ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਆਵਟਣ ਆਪੇ ਖਵੈ, ਦੁੱਧ ਕੋ ਖਪਣ ਨ ਦੇ। ਆਪੇ ਮੇਲ ਵਿਛੁੰਨਿਆ, ਸੱਚ ਵਡਿਆਈ ਦੇ। ਹੇ ਮਨ, ਤੂੰ ਪਰਮਾਤਮਾ ਨੂੰ ਇਸ ਤਰ੍ਹਾਂ ਪਿਆਰ ਕਰ ਜਿਵੇਂ ਪਾਣੀ ਦਾ ਦੁੱਧ ਨਾਲ ਹੁੰਦਾ ਹੈ। ਦੁੱਧ ਦਾ ਪਾਣੀ ਨਾਲ ਪਿਆਰ ਨਹੀਂ ਹੈ, ਖਿਆਲ ਰੱਖਣਾ। ਦੁੱਧ ਦਾ ਪਾਣੀ ਨਾਲ ਪਿਆਰ ਨਹੀਂ ਹੈ, ਪਾਣੀ ਦਾ ਦੁੱਧ ਨਾਲ ਪਿਆਰ ਹੈ। ਪਾਣੀ ਪਾ ਦਿਓ ਦੁੱਧ ਦੇ ਵਿੱਚ, ਉਹ ਦੁੱਧ ਹੀ ਹੋ ਜਾਂਦਾ, ਉਹ ਦੁੱਧ ਹੀ ਹੋ ਜਾਂਦਾ। ਅਤੇ ਜਦੋਂ ਦਾ ਸੰਸਾਰ 'ਚ ਦੁੱਧ ਵਿਕਣ ਲੱਗਾ, ਬਾਕੀ ਸੰਸਾਰ ਛੱਡੋ, ਹਿੰਦੁਸਤਾਨ ਜਦੋਂ ਦਾ ਦੁੱਧ ਵਿਕਣ ਲੱਗਾ, ਉਹਦੇ ਨਾਲ ਪਾਣੀ ਵੀ ਵਿਕਦਾ, ਜਾਂ ਪਾਣੀ ਵਿਕਦਾ। ਦੇਖੋ 60 ਰੁਪਏ ਕਿੱਲੋ ਦੁੱਧ ਹੈ ਅਤੇ 5-10 ਰੁਪਏ ਕਿੱਲੋ ਵਾਲਾ ਪਾਣੀ 60 ਰੁਪਏ ਦੇ ਭਾਅ ਵਿਕਦਾ ਹੈ। ਦੁੱਧ ਨਾਲ ਪਿਆਰ ਹੈ ਨਾ ਪਾਣੀ ਦਾ। ਹਾਂ, ਪਾਣੀ ਨੂੰ ਕਿੰਨਾ ਕੀਮਤੀ ਬਣਾ ਤਾ ਦੁੱਧ ਨੇ। ਕਹਿੰਦਾ ਕਰ ਮੈਨੂੰ ਪਿਆਰ। ਫਿਰ ਪਾਣੀ ਕੀ ਕਰਦਾ ਹੈ? ਆਵਟਣ ਆਪੇ ਖਵੈ। ਜਿਹੜਾ ਅੱਗ ਦਾ ਸੇਕ ਹੁੰਦਾ ਨਾ, ਖਵੈ ਹੁੰਦਾ ਸਹਾਰਨਾ। ਪਾਣੀ ਉਸ ਸੇਕ ਨੂੰ ਆਪ ਸਹਾਰਦਾ। ਦੁੱਧ ਕੋ ਖਪਣ ਨਾ ਦੇ, ਅਤੇ ਦੁੱਧ ਨੂੰ ਸੜਨ ਨਹੀਂ ਦਿੰਦਾ। ਜਦੋਂ ਦੁੱਧ ਪਾਣੀ 'ਤੇ ਤੁਸੀਂ ਨਾ ਵੀ ਪਾਣੀ ਪਾਇਆ ਹੋਵੇ ਤਾਂ ਵੀ ਦੁੱਧ 'ਚ ਪਾਣੀ ਹੁੰਦਾ। ਜਿਵੇਂ ਸਾਡੇ ਸਰੀਰ 'ਚ ਪਾਣੀ ਹੈਗਾ, ਪਾਣੀ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ। ਦੁੱਧ ਦੇ ਵਿੱਚ ਪਾਣੀ ਵੈਸੇ ਹੀ ਹੁੰਦਾ ਹੈ, ਇਹ ਕੁਦਰਤ ਦਾ ਨਿਯਮ ਹੈ। ਤੁਸੀਂ ਬਿਨਾਂ ਪਾਣੀ ਪਾਏ ਵੀ ਦੁੱਧ ਰੱਖਦੇ, ਉਹ 'ਚ ਪਾਣੀ ਤਾਂ ਹੈ। ਜਦੋਂ ਅੱਗ 'ਤੇ ਰੱਖੋਗੇ, ਪਹਿਲਾਂ ਪਾਣੀ ਸੜੇਗਾ, ਫਿਰ ਉਹਦੋਂ ਬਾਅਦ ਦੁੱਧ ਸੜੇਗਾ। ਜਿੰਨਾ ਚਿਰ ਉਹਦੇ 'ਚ ਪਾਣੀ ਆ, ਪਾਣੀ ਸੜਦਾ ਰਹੇਗਾ, ਦੁੱਧ ਨੂੰ ਨਹੀਂ ਸੜ ਦਿੰਦਾ। ਇਹੀ ਪਿਆਰ ਹੈ, ਇਹੀ ਪਿਆਰ ਹੈ। ਪਾਣੀ ਦਾ ਦੁੱਧ ਨਾ ਪਿਆਰ, ਕਹਿੰਦਾ ਮੈਂ ਭਾਵੇਂ ਸੜ ਜਾਵਾਂਗਾ ਤੈਨੂੰ ਨਹੀਂ ਸੜ ਦਿੰਦਾ। ਹਾਂ ਮੈਂ ਸੜ ਗਿਆ ਭਾਈ, ਫਿਰ ਮੈਂ ਤੇਰਾ ਕੁਛ ਕਰ ਨਹੀਂ ਸਕਦਾ। ਖਪਣ ਹੁੰਦਾ ਸੜਨਾ, ਖਵੈ ਹੁੰਦਾ ਸਹਾਰਨਾ, ਅਵਟਣ ਹੁੰਦਾ ਸੇਕ। ਪਾਣੀ ਸੇਕ ਨੂੰ ਆਪ ਸਹਾਰਦਾ, ਖਵੈ ਸਹਾਰਦਾ ਹੈ, ਸਹਿੰਦਾ ਹੈ। ਦੁੱਧ ਕੋ ਖਪਣ ਨਾ ਦੇ, ਪਰ ਦੁੱਧ ਨੂੰ ਸੜਨ ਨਹੀਂ ਦਿੰਦਾ। ਆਪੇ ਮੇਲ ਵਿਛੁੰਨਿਆ। ਹਾਂ, ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਹਨ, ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਨਾਲ ਮਿਲਾਉਂਦਾ। ਅਸੀਂ ਤਾਂ ਮਿਲਣ ਦੇ ਯੋਗ ਹੀ ਨਹੀਂ। ਅਸੀਂ ਪਰਮਾਤਮਾ ਨੂੰ ਮਿਲਣ ਦੇ ਯੋਗ ਨਹੀਂ। ਅਸੀਂ ਕੋਸ਼ਿਸ਼ ਤਾਂ ਕਰਦੇ ਉਹਨੂੰ ਮਿਲਣ ਦੀ, ਪਰ ਉਹਨੇ ਆਪਣੀ ਕਿਰਪਾ ਨਾਲ ਹੀ ਸਾਨੂੰ ਮਿਲਾਉਣਾ। ਆਪੇ ਮੇਲ ਵਿਛੁੰਨਿਆ, ਸੱਚ ਵਡਿਆਈ ਦੇ, ਅਤੇ ਫਿਰ ਇਹਨਾਂ ਨੂੰ ਸਦਾ ਰਹਿਣ ਵਾਲੀ ਵਡਿਆਈ ਬਖਸ਼ ਦਿੰਦਾ ਹੈ।
ਪਰਮਾਤਮਾ ਤੋਂ ਜਿਹੜੇ ਲੋਕ ਵਿਛੜ ਗਏ ਨੇ, ਪਰਮਾਤਮਾ ਜਦੋਂ ਉਹਨਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ ਨਾ, ਤੇ ਫਿਰ ਉਹਨਾਂ ਨੂੰ ਸਦਾ ਰਹਿਣ ਵਾਲੀ ਵਡਿਆਈ ਦਿੰਦਾ ਹੈ। ਅੱਗੇ ਕਹਿੰਦੇ, ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਕਵੀ ਸੂਰ। ਸੂਰ ਇੱਕ ਤੇ ਸੂਰ ਉਹ ਹੁੰਦਾ ਜਿਹੜਾ ਗਲੀਆਂ 'ਚ ਗੰਦ ਬੰਦ ਖਾਂਦਾ, ਉਹਦੇ ਗੁਰਬਾਣੀ 'ਚ ਸਪੈਲਿੰਗ ਨੇ ਸੱਸੇ ਨੂੰ ਦਲੈਂਕਰ ਆੜਾ ਰਾਰਾ, ਸੂਅਰ, ਉਹਨੂੰ ਕਹਿੰਦੇ ਸੂਅਰ। ਹਰਾਮ ਦੀ ਕਮਾਈ ਖਾਣ ਵਾਲੇ ਨੂੰ ਜਿਹੜਾ ਕਹਿੰਦੇ, ਜਿਹੜੇ ਮੁਸਲਮਾਨ ਹੈ ਜੇ ਹਰਾਮ ਦੀ ਕਮਾਈ ਖਾਂਦਾ, ਕਹਿੰਦੇ ਐ ਸਮਝੋ ਉਹਨੇ ਸੂਰ ਖਾ ਲਿਆ ਹੈ। ਜਿਹੜਾ ਹਿੰਦੂ ਹਰਾਮ ਦੀ ਕਮਾਈ ਸਮਝੋ ਉਹਨੇ ਗਊ ਖਾ ਲਈ ਹੈ। ਅਤੇ ਸਾਰੇ ਗਊਆਂ ਖਾ ਰਹੇ ਦੇਖਣ ਨੂੰ ਤਾਂ ਹਰਾਮ ਦੀ ਕਮਾਈ। 80% ਲੋਕ ਹਰਾਮ ਦੀ ਕਮਾਈ ਖਾਂਦੇ ਨੇ, ਅਤੇ 80% ਲੋਕ ਤਾਂ ਗਊਆਂ ਖਾ ਰਹੇ ਨੇ, ਉਂਝ ਪੂਜੀ ਜਾਂਦੇ ਨੇ। ਪੂਜੀ ਜਾਓ, ਗਊ ਕੋਈ ਖਾ ਤਾਂ ਤੂੰ ਮੈਨੂੰ ਰਹੇ, ਤੂੰ ਮੈਨੂੰ ਮੱਥੇ ਟੇਕ ਕੇ ਕੀ ਕਰੇਗਾ। ਇਸ ਲਈ ਸੂਰ ਹੁੰਦਾ ਸੂਰਜ, ਜਿਹਨੂੰ ਹਿੰਦੀ ਕਹਿੰਦੇ ਸੂਰੀਏ, ਉਹ ਸੂਰ ਹੈ, ਸੂਰਜ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਕਵੀ ਸੂਰ। ਖਿਨ ਪਲ ਨੀਂਦ ਨਾ ਸੋਵਈ। ਨੀਂਦ ਨੰਨਣ ਵਿਆਰੀ ਬਿੰਦੀ। ਉਂਝ ਤੇ ਨੰਨੇ ਤੋਂ ਬਾਅਦ ਵੈਸੇ ਹੀ ਨੰਨਾ ਨਕਰੇ ਬੋਲਿਆ ਜਾਂਦਾ ਹੈ, ਇਹਨੂੰ ਵੈਸੇ ਹੀ ਨੀਂਦ ਪੜ੍ਹਾਂਗੇ। ਪਰ ਅੱਜ ਕੱਲ੍ਹ ਚੰਗੀ ਤਰ੍ਹਾਂ ਸਮਝਾਉਣ ਲਈ ਫਿਰ ਬਿੰਦੀ ਲਾ ਦਿੱਤੀ ਜਾਂਦੀ ਹੈ ਵੀ ਇਹਨਾਂ ਨੇ ਤਾਂ ਇਹ ਪੜ੍ਹਨਗੇ ਨੀਂਦ। ਇਹਨਾਂ ਲੋਕਾਂ ਨੇ ਕੀ ਪੜ੍ਹਦੇ ਨੇ? ਨੀਂਦ। ਹਾਂ, ਹੁਣ ਗਿਆਨ ਨਹੀਂ ਕਿ ਨੰਨਾ ਦੇ ਨਕਰੇ ਬੋਲੂਗਾ। ਨੀਂਦ ਤਾਂ ਮੂਹਰੇ ਹੀ ਹੋ ਗਿਆ, ਨੀਂਦ ਇਹ ਤਾਂ ਮੂਹਰਾ ਹੀ ਹੋ ਗਿਆ। ਨੀਂਦ ਨਕਰੀ ਬੋਲਾਂਗੇ। ਬੋਲ ਕੇ ਜ਼ੋਰ ਲਾ ਕੇ ਦੇਖ ਲਓ। ਹਾਂ, ਨੀਂਦ। ਹਾਂ, ਨੱਕ ਬੰਦ ਕਰੋ, ਨਹੀਂ ਬੋਲ, ਨੀਂਦ ਬੋਲ ਹੋਊਗਾ, ਨੀਂਦ ਨਹੀਂ ਬੋਲ ਹੁੰਦਾ। ਆਟੋਮੈਟਿਕਲੀ ਨੰਨਾ ਨੱਕਰੇ ਹੀ ਬੋਲਿਆ ਜਾਂਦਾ ਹੈ। ਪਰ ਅੱਜ ਦੀ ਪੰਜਾਬੀ 'ਚ ਜਦੋਂ ਲਿਖਾਇਆ ਜਾਂਦਾ ਨੀਂਦ, ਫਿਰ ਨੰਨਣ ਬਿਹਾਰੀ ਬਿੰਦੀ ਦੱਦਾ ਇਹ ਲਿਖਿਆ ਜਾਂਦਾ। ਜਿਵੇਂ ਦੁਨੀਆ ਫਾਰਸੀ ਦਾ ਸ਼ਬਦ ਹੈ, ਉਹ 'ਚ ਆੜੇ ਨੂੰ ਕਰਨਾ ਬਿੰਦੀ ਨਹੀਂ ਹੈ, ਕਿਉਂਕਿ ਨੰਨੇ ਤੋਂ ਬਾਅਦ ਜਿਹੜਾ ਆੜੇ ਨੂੰ ਕਰਨਾ ਹੈ ਉਹ ਆਟੋਮੈਟਿਕਲੀ ਹੀ ਬਿੰਦੀ ਬੋਲੀ ਜਾਂਦੀ ਉਸ 'ਤੇ। ਜਿਵੇਂ ਮਹਾਰਾਜਾ ਲਿਖਿਆ ਜਾਂਦਾ, ਮਹਾਰਾਜਾ ਲਿਖਿਆ, ਮਹਾ ਜਿਹਦਾ ਮੰਮਾ ਹਾਏ ਨੂੰ ਕਰਨਾ ਬੋਲਿਆ ਜਾਂਦਾ ਮਹਾਂ, ਕਿਉਂਕਿ ਮੰਮਾ ਲੱਗ ਗਿਆ। ਉਦੋਂ ਅਗਲੇ ਅੱਖਰ ਨੂੰ ਜਿਹੜਾ ਕਰਨਾ ਲੱਗਾ ਉਹ ਨਕਰੀ ਬੋਲਿਆ ਜਾ ਕੇ ਬਿੰਦੀ ਲੱਗੇ, ਕੁਛ ਆਪਣੇ ਆਟੋਮੈਟਿਕਲੀ ਬੋਲਿਆ ਮਹਾਰਾਜਾ ਜਾਵੇਗਾ, ਲਿਖਿਆ ਮਹਾਰਾਜਾ ਜਾਵੇਗਾ। ਇਸ ਤਰ੍ਹਾਂ ਜਿਹੜਾ ਗੁਰਬਾਣੀ 'ਚ ਇਸ ਤਰ੍ਹਾਂ ਲਿਖੇ ਹੋਏ ਨੇ। ਪਰ ਅੱਜ ਦੇ ਬੰਦੇ ਨੂੰ ਸਮਝਾਉਣ ਲਈ ਨੰਨੇ ਨੂੰ ਬਿਹਾਰੀ ਬਿੰਦੀ ਦੱਦਾ ਵੀ ਇਸ ਤਰ੍ਹਾਂ ਇਸ ਨੂੰ ਬੋਲਣਾ, ਕਿਉਂਕਿ ਹਰ ਇੱਕ ਨੂੰ ਪਤਾ ਹੀ ਨਹੀਂ ਗੰਗਾ ਯਈਆਂ ਨਾਨਾ ਨੰਨਾ ਮੰਮਾ ਜਦੋਂ ਆ ਜਾਣ ਅਤੇ ਅਗਲੇ ਅੱਖਰ ਨੂੰ ਕੀ ਬੋਲਣਾ ਹੈ। ਹਰ ਇੱਕ ਨੂੰ ਗਿਆਨ ਨਹੀਂ ਹੈ। ਇਹ ਅਨੁਨਾਸਿਕ ਅੱਖਰਾਂ ਦਾ ਹਰ ਇੱਕ ਨੂੰ ਗਿਆਨ ਨਾ ਹੋਣ ਕਰਕੇ ਉਹ ਫਿਰ ਉਸ ਨੂੰ ਠੀਕ ਨਹੀਂ ਪੜ੍ਹ ਸਕਦਾ। ਹੁਣ ਜੇ ਉਹ ਪੜ੍ਹਦੇ ਮਹਾਰਾਜਾ, ਇਹਦਾ ਮਤਲਬ ਇਹਦਾ ਮੈਨੂੰ ਇਹਨੂੰ ਪੜ੍ਹਨਾ ਨਹੀਂ ਹੁੰਦਾ। ਜੇ ਬੋਲੇਗਾ ਮਹਾਰਾਜਾ, ਉਹ ਇਹਦਾ ਮਤਲਬ ਇਸ ਨੂੰ ਪੜ੍ਹਨਾ ਨਹੀਂ ਆਉਂਦਾ ਵੀ ਮੰਮਾ ਆ ਗਿਆ, ਅੱਗੇ ਹਾਹੇ ਨੂੰ ਜਿਹੜਾ ਕੰਨਾ ਲੱਗਾ, ਕੰਨੇ ਤਾਂ ਬਿੰਦੀ ਲੱਗੇਗੀ ਕਿਉਂਕਿ ਪਹਿਲਾਂ ਮੰਮਾ ਆ ਗਿਆ ਹੈ। ਇਸ ਲਈ ਖੈਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨੀ। ਖਿਨ ਪਲ ਨੀਂਦ ਨਾ ਸੋਵਈ, ਜਾਣੇ ਦੂਰ ਹਜ਼ੂਰ। ਇਹਨੂੰ ਹਜ਼ੂਰ ਪੜ੍ਹਦੇ, ਇਹ ਫਾਰਸੀ ਦਾ ਸ਼ਬਦ ਹੈ। ਜੱਜੇ ਦੇ ਪੈਰ 'ਚ ਬਿੰਦੀ ਜਿਹਨੂੰ ਹਜ਼ੂਰੀ ਕਹਿੰਦੇ ਨੇ। ਹਾਜ਼ਰੀ, ਹਾਜ਼ਰ ਨਾਜ਼ਰ ਕਹਿੰਦਾ ਆਪਾਂ, ਹਾਜ਼ਰ ਨਾਜ਼ਰ ਨਹੀਂ ਹੁੰਦਾ। ਫਾਰਸੀ ਦਾ ਸ਼ਬਦ ਹੈ ਹਾਜ਼ਰ ਨਾਜ਼ਰ। ਬਿਆ ਲੱਗਾ ਫਲਾਣਾ ਉੱਥੇ ਬੰਦਾ ਹਾਜ਼ਰ ਨਾਜ਼ਰ ਸੀ, ਪ੍ਰੈਜ਼ੈਂਟ ਸੀ। ਇਸ ਤਰ੍ਹਾਂ ਇਹ ਹਜ਼ੂਰ ਪੜ੍ਹਨਾ। ਆਪਾਂ ਹਜ਼ੂਰ ਸਾਹਿਬ ਕਹਿੰਦੇ ਹਾਂ, ਹਜ਼ੂਰ ਸਾਹਿਬ ਨਹੀਂ ਕਹਿੰਦੇ। ਕਿੱਥੇ ਚੱਲੇ ਹੋ ਜੀ? ਹਜ਼ੂਰ ਸਾਹਿਬ ਚੱਲੇ ਹਾਂ ਜੀ, ਸਾਹਿਬ ਦੀ ਹਜ਼ੂਰੀ 'ਚ ਚੱਲੇ ਹਾਂ। ਕਿਹਦੀ ਹਜ਼ੂਰੀ? ਸਾਹਿਬ ਗੁਰੂ ਮਹਾਰਾਜ, ਉਹਨਾਂ ਦੀ ਹਜ਼ੂਰੀ 'ਚ ਅਸੀਂ ਚੱਲੇ। ਖਿਨ ਪਲ ਨੀਂਦ ਨ ਸੋਵੀ, ਜਾਣੇ ਦੂਰ ਹਜ਼ੂਰ। ਮਨਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਰੇ ਮਨ, ਹੇ ਮਨਾ, ਐਸੀ ਹਰਿ ਸਿਉ ਪ੍ਰੀਤ ਕਰ।
ਰੱਬ ਨਾਲ ਇਸ ਤਰ੍ਹਾਂ ਪਿਆਰ ਕਰ ਜੈਸੀ ਚੱਕਵੀ ਸੂਰ, ਜਿਵੇਂ ਚੱਕਵੀ ਸੂਰਜ ਨੂੰ ਪਿਆਰ ਕਰਦੀ ਹੈ। ਜਿੰਨਾ ਚਿਰ ਚਾਨਣ ਰਹਿੰਦਾ ਹੈ ਬੜੇ ਆਨੰਦ 'ਚ ਹੈ। ਜਦੋਂ ਸੂਰਜ ਡੁੱਬ ਜਾਂਦਾ ਉਹਨੂੰ ਨੀਂਦ ਨਹੀਂ ਆਉਂਦੀ, ਉਹ ਵਿਛੋੜਾ ਮਹਿਸੂਸ ਕਰਦੀ ਹੈ। ਜਿਹਨੂੰ ਪਿਆਰ ਕਰਦੀ ਉਹ ਦਿਸ ਨਹੀਂ ਰਿਹਾ, ਇਸ ਲਈ ਸਾਰੀ ਰਾਤ ਹੀ ਜਗਦੀ ਰਹਿੰਦੀ, ਉਹਦੀ ਉਡੀਕ ਕਰਦੀ ਰਹਿੰਦੀ ਵੀ ਕਦੋਂ ਸੂਰਜ ਦੇ ਦਰਸ਼ਨ ਹੋਣ, ਕਿਉਂਕਿ ਪਿਆਰ ਹੈ। ਜੇ ਪਿਆਰ ਹੈ ਫਿਰ ਨੀਂਦ ਨਹੀਂ ਆ ਸਕਦੀ, ਅਤੇ ਨੀਂਦ ਆ ਜਾਏ ਫਿਰ ਪਿਆਰ ਨਹੀਂ ਹੁੰਦਾ। ਹਾਂ, ਉਂਝ ਇੱਕ ਹੱਦ ਹੈ। ਹੁਣ ਦਸਮ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਛੱਡਿਆ, ਸਾਰੀ ਰਾਤ ਜਾਗਦੇ ਰਹੇ। ਅਗਲੇ ਦਿਨ ਸਾਰਾ ਦਿਨ ਲੜਦੇ ਰਹੇ। ਰਾਤ ਨੂੰ ਫਿਰ ਜਿਹੜਾ ਅਸੀਂ ਜਾਗਦੇ ਰਹੇ, ਫਿਰ ਉਹਨਾਂ ਨੇ ਜਿਹੜਾ ਹੈ ਉਹ ਗੜੀ ਛੱਡੀ, ਸਾਰੀ ਰਾਤ ਤੁਰਦੇ ਰਹੇ। ਇੰਨਾ ਸਮਾਂ ਲੜਾਈਆਂ ਲੜਦੇ ਰਹੇ ਅਤੇ ਤੁਰਦੇ ਰਹੇ, ਤਾਂ ਫਿਰ ਆਖਰ ਸਰੀਰ ਹੈ। ਅਤੇ ਜਦੋਂ ਮਾਛੀਵਾੜੇ ਪਹੁੰਚੇ, ਜੰਗਲ ਸੀ, ਉਹਨਾਂ ਦੇ ਕਿਹਾ ਥੋੜ੍ਹਾ ਜਿਹਾ ਆਰਾਮ ਦਾ ਵੇਲਾ ਹੈ, ਉਹ ਲੇਟ ਗਏ। ਉੱਥੇ ਖੂਹ ਦੀ ਟਿੰਡ ਪਈ ਸੀ, ਟਿੰਡ ਦਾ ਸਿਰਹਾਣਾ ਲਾ ਲਿਆ ਅਤੇ ਲੇਟ ਗਏ ਅਤੇ ਸੌਂ ਗਏ। ਹੁਣ ਜਿਹੜੇ ਤਿੰਨੋਂ ਸਨ ਨਾਲ, ਦੋ ਤੇ ਪਿਆਰੇ ਸਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੀਜਾ ਸਿੰਘ ਸੀ ਮਾਨ ਸਿੰਘ। ਤਿੰਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ, ਤਾਂ ਹੀ ਮਿਲ ਪਏ ਨਾ। ਸੂਰਜ ਚੜ੍ਹਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਉੱਥੇ ਮਾਛੀਵਾੜੇ ਜਾ ਮਿਲੇ। ਦਿਵ ਦ੍ਰਿਸ਼ਟੀ ਖੁੱਲ੍ਹੀ ਸੀ ਵੀ ਫਲਾਣੇ ਪਾਸੇ ਨੂੰ ਜਾ ਰਹੇ ਨੇ, ਉਹ ਵੀ ਉਸੇ ਪਾਸੇ ਨੂੰ ਤੁਰੇ। ਸਾਰੀ ਰਾਤ ਹੀ ਤੁਰਨਾ ਸੀ, ਦੁਸ਼ਮਣ ਦੇ ਇਲਾਕੇ ਨੂੰ ਪਾਰ ਕਰਨਾ ਸੀ, ਇਸ ਲਈ ਸਾਰੀ ਰਾਤ ਤੁਰਦੇ ਗਏ। ਪਰ ਸਰੀਰ ਦੀ ਇੱਕ ਹੱਦ ਹੈ ਜਾਗਣ ਦੀ ਵੀ ਜਦੋਂ ਆਪਾਂ ਫਿਰ ਬਹੁਤ ਥੱਕੇ ਹੋਈਏ ਅਤੇ 2 ਮਿੰਟ ਜੇ ਆਰਾਮ ਕਰੇ ਨਾ, ਆਪਣੇ ਝਪਕੀ ਆਉਂਦੀ ਹੈ। ਪਰ ਜਿਹੜੀ ਚੱਕਵੀ ਹੈ ਨਾ, ਕਹਿੰਦੇ ਇਹਦਾ ਪਿਆਰ ਹੁੰਦਾ ਸੂਰਜ ਨਾਲ, ਇਹ ਸੌਂਦੀ ਨਹੀਂ ਹੈ, ਜਾਗਦੀ ਰਹਿੰਦੀ ਹੈ ਵੀ ਕਦੋਂ ਮੁੜ ਕੇ ਦਰਸ਼ਨ ਹੋਣ। ਖਿਨ ਪਲ ਨੀਂਦ ਨਾ ਸੋਵੀ, 1 ਸੈਕਿੰਡ ਲਈ ਵੀ, 1 ਪਲ ਲਈ ਵੀ, 1 ਕਸ਼ਣ ਲਈ ਵੀ ਉਹਨੂੰ ਨੀਂਦ ਨਹੀਂ ਆਉਂਦੀ। ਜਾਣੇ ਦੂਰ ਹਜ਼ੂਰ, ਉਹ ਆਪਣੇ ਹਜ਼ੂਰ ਨੂੰ, ਆਪਣੇ ਪਿਆਰੇ ਨੂੰ ਦੂਰ ਸਮਝਦੀ ਹੈ ਤੇ ਉਹ ਹਾਜ਼ਰ ਨਾਜ਼ਰ। ਦੇਖੋ ਸੂਰਜ ਕਿਤੇ ਗਿਆ ਨਹੀਂ ਹੈਗਾ, ਸਿਰਫ ਧਰਤੀ ਘੁੰਮ ਗਈ ਹੈ। ਸੂਰਜ ਤਾਂ ਚੜ੍ਹੇ ਹੀ ਰਹਿੰਦਾ ਹੈ, ਸੂਰਜ ਨਹੀਂ ਛੁਪਦਾ, ਉਹਦੇ ਚੜ੍ਹੇ ਹੀ ਰਹਿੰਦਾ। ਸਿਰਫ ਇੰਨਾ ਹੈ ਕਿ ਸਾਡੀ ਧਰਤੀ ਘੁੰਮਦੀ ਦੂਜੇ ਪਾਸੇ ਨੂੰ ਅਸੀਂ ਆ ਗਏ ਹਾਂ। ਅਸੀਂ ਸਾਡੇ ਵਾਲੇ ਪਾਸੇ ਹਨੇਰਾ ਹੋ ਗਿਆ, ਚਾਨਣ ਦੂਜੇ ਪਾਸੇ ਹੋ ਗਿਆ ਹੈ ਤੇ ਹਾਜ਼ਰ ਨਾਜ਼ਰ ਹੀ, ਪਰ ਉਹਨੂੰ ਦੂਰ ਸਮਝ ਕੇ ਉਹਦਾ ਜੀਅ ਨਹੀਂ ਲੱਗ ਰਿਹਾ, ਨੀਂਦ ਨਹੀਂ ਆ ਰਹੀ, ਉਸਨੂੰ ਵਿਛੋੜਾ ਮਹਿਸੂਸ ਕਰ ਰਹੀ ਹੈ। ਮਨਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਮਨਮੁਖ ਦਾ ਸੋਝੀ ਨਹੀਂ ਕਿ ਪਰਮਾਤਮਾ ਹਾਜ਼ਰ ਨਾਜ਼ਰ ਹੈ, ਉਹ ਤਾਂ ਸਮਝਦਾ ਪਤਾ ਨਹੀਂ ਪਰਮਾਤਮਾ ਸੱਚਖੰਡ 'ਚ ਬੈਠਾ ਹੈ, ਪਤਾ ਨਹੀਂ ਹੈ ਵੀ ਕਿ ਨਹੀਂ ਹੈ, ਉਹਦੇ ਵਿਸ਼ਵਾਸ ਹੀ ਨਹੀਂ। ਮਨਮੁਖ ਤਾਂ ਕਹੂਗਾ ਸੁਣਿਆ ਜੀ ਰੱਬ ਹੁੰਦਾ, ਪਤਾ ਤਾਂ ਮੈਨੂੰ ਹੈ ਨਹੀਂ ਵੀ ਹੁੰਦਾ ਕਿ ਨਹੀਂ ਹੁੰਦਾ। ਕਈ ਸਿੱਧੇ ਕਹਿੰਦੇ ਨਾ ਜੀ ਕੋਈ ਰੱਬ ਰੂਬ ਨਹੀਂ ਹੁੰਦਾ, ਐਵੇਂ ਕਹਿੰਦੇ ਮਾਰਦੇ ਗੱਲ। ਉਸ ਕਈ ਸਿੱਧੇ ਹੀ ਕਹਿੰਦੇ ਨੇ। ਸੋ ਜਿਹੜਾ ਮਨਮੁਖ ਹੈ ਉਹਨੂੰ ਤਾਂ ਸੋਝੀ ਹੀ ਨਹੀਂ। ਫਿਰ ਗੁਰਮੁਖ ਸਦਾ ਹਜ਼ੂਰ, ਪਰ ਜਿਹੜਾ ਗੁਰਮੁਖ ਹੁੰਦਾ ਹੈ ਉਹ ਪਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ ਸਮਝਦਾ ਹੈ। ਮਨਮੁਖ ਸਮਝਦਾ ਕੋਈ ਪਰਮਾਤਮਾ ਪ੍ਰਮੁਤਾ ਨਹੀਂ ਹੈ, ਪਰ ਜਿਹੜਾ ਗੁਰਮੁਖ ਕਹਿੰਦਾ ਉਹ ਤਾਂ ਹਾਜ਼ਰ ਨਾਜ਼ਰ ਹੈ, ਉਹ ਤਾਂ ਸਭ ਥਾਂ 'ਤੇ ਹੈ, ਕੋਈ ਐਸੀ ਥਾਂ ਨਹੀਂ ਜਿੱਥੇ ਪ੍ਰਮਾਤਮਾ ਹੈ ਹੀ ਨਹੀਂ ਹੈਗਾ। ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ, ਤਾ ਕੀ ਕੀਮਤ ਨਾ ਪਵੈ, ਜੇ ਲੋਚੈ ਸਭ ਕੋਏ। ਗੁਰਮਤਿ ਹੋਏ ਤਾਂ ਪਾਈਏ, ਸੱਚ ਮਿਲੈ ਸੁਖ ਹੋਏ। ਇਹਨੂੰ ਤ ਪੜ੍ਹਨਾ, ਗੁਰਮੁਖ ਹੋਏ ਤਾਂ ਪਾਈਏ ਨਹੀਂ ਪੜ੍ਹਨਾ, ਤ ਅਰਥ ਤਾਂ ਹੀ ਹੈ, ਅਰਥ ਇਹਦਾ ਤਾਂ ਹੀ ਹੈ, ਪਰ ਪੜ੍ਹਨਾ ਇਸਨੂੰ ਤ। ਗੁਰਮਤਿ ਹੋਏ ਤ ਪਾਈਏ, ਸੱਚ ਮਿਲੈ ਸੁਖ ਹੋਏ। ਮਨਮੁਖ ਗਣਤ ਗਨਾਵਣੀ, ਮਨਮੁਖ ਆਪਣੇ ਕਰਮਾਂ ਬਾਰੇ ਦੱਸਦਾ ਰਹਿੰਦਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕਰਾਂਗਾ, ਉਹ ਗਿਣਤੀਆਂ 'ਚ ਪਿਆ ਰਹਿੰਦਾ ਹੈ।
ਕਰਤਾ ਕਰੇ ਸੋਏ। ਪਰ ਉਹਨੇ ਗਿਆਨ ਨਹੀਂ ਕਿ ਹੋਣਾ ਤਾਂ ਉਹੀ ਹੈ ਜੋ ਪਰਮਾਤਮਾ ਕਰਨਾ। ਉਹ ਗਿਣਤੀਆਂ ਜਦ ਮੈਂ ਆਹ ਕਰਾਂਗਾ, ਸਵੇਰੇ ਉੱਠ ਕੇ ਮੈਂ ਕੱਲ੍ਹ ਨੂੰ ਆਹ ਕਰਾਂਗਾ, ਮੈਂ ਇਹ ਕਰਾਂਗਾ, ਇਸ ਤਰ੍ਹਾਂ ਗਿਣਤੀਆਂ ਮਿਣਤੀਆਂ ਜੀ ਪਿਆ ਰਹਿੰਦਾ। ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਹੈ। ਤੁਸੀਂ ਕਈ ਵਾਰੀ ਦੇਖਿਆ ਹੁਣ ਸਲਾਹ ਹੁੰਦੀ ਹੈ ਸਵੇਰੇ ਚੱਲ ਫਲਾਣੇ ਥਾਂ ਚੱਲਾਂਗੇ, ਪਰ ਸ਼ਾਮ ਨੂੰ ਢਿੱਲੇ ਮੱਠੇ ਹੋ ਗਏ ਜਾਂ ਕੋਈ ਕੰਮ ਹੋ ਗਿਆ, ਸਵੇਰੇ ਉਸ ਜਾ ਹੀ ਨਹੀਂ ਹੁੰਦਾ। ਇਸ ਲਈ ਆਪਣੀ ਮਰਜ਼ੀ ਨਹੀਂ ਚੱਲਦੀ, ਉਹਦੀ ਮਰਜ਼ੀ ਚੱਲਣੀ ਹੈ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਹੋਣਾ ਤਾਂ ਉਹੀ ਜੋਰੇ ਕਰਨਾ, ਇਸ ਲਈ ਉਹਦੀ ਰਜ਼ਾ 'ਚ ਰਹਿੰਦੇ ਨੇ। ਇਸ ਲਈ ਉਹਦੀ ਰਜ਼ਾ 'ਚ ਰਹਿੰਦੇ ਨੇ। ਅਸੀਂ ਕਹਿੰਦੇ ਹੋਣਾ ਚਾਹੀਦਾ ਹੈ, ਉਸ ਤਰ੍ਹਾਂ ਹੁੰਦਾ ਨਹੀਂ, ਇਸ ਲਈ ਸਾਨੂੰ ਦੁੱਖ ਹੁੰਦਾ। ਸਾਨੂੰ ਦੁੱਖ ਇਸ ਲਈ ਹੈ ਕਿ ਅਸੀਂ ਚਾਹੁੰਦੇ ਹਾਂ ਜਿਵੇਂ ਅਸੀਂ ਚਾਹੁੰਦੇ ਉਵੇਂ ਹੋਵੇ, ਉਵੇਂ ਹੁੰਦਾ ਨਹੀਂ। ਬ੍ਰਹਮ ਗਿਆਨੀ ਨੂੰ ਪਤਾ ਹੈ ਵੀ ਉਵੇਂ ਹੀ ਹੋਣਾ ਜਿਵੇਂ ਪਰਮਾਤਮਾ ਨੇ ਚਾਹੁਣਾ, ਇਸ ਲਈ ਉਹ ਆਨੰਦ 'ਚ ਰਹਿੰਦਾ ਹੈ। ਦੁੱਖ ਆਓ ਸੁੱਖ ਔਰ ਪਤਾ ਵੀ ਦੁੱਖ ਵੀ ਉਹਦੇ ਹੁਕਮ 'ਚ ਆ ਰਿਹਾ, ਸੁੱਖ ਵੀ ਉਹਦੇ ਹੁਕਮ 'ਚ ਆ ਰਿਹਾ ਹੈ। ਸਾਨੂੰ ਗਿਆਨ ਤਾਂ ਹੈ। ਪਹਿਲੀ ਅਵਸਥਾ ਹੁੰਦੀ ਹੈ ਕਿ ਦੁੱਖ ਸੁੱਖ ਮੇਰੇ ਹੀ ਕਰਮਾਂ ਕਾਰਨ ਮਿਲਿਆ ਹੈ। ਇਹ ਦੁੱਖ ਹੇਠਲੀ ਅਵਸਥਾ ਹੈ ਕਿ ਜਿਹੜਾ ਸੁੱਖ ਮਿਲਿਆ ਇਹ ਤਾਂ ਮੇਰੇ ਕਰਮਾਂ ਕਾਰਨ, ਦੁੱਖ ਫਲਾਣੇ ਨੇ ਮੈਨੂੰ ਦਿੱਤਾ। ਇਹ ਪਹਿਲੀ ਅਵਸਥਾ। ਜੇ ਸੁੱਖ ਮਿਲੇ ਮੈਂ ਜੀ ਆਹ ਕੀਤਾ, ਮੈਂ ਜੀ ਉਹ ਕੀਤਾ, ਮੈਂ ਜੀ ਇਹ ਕੀਤਾ। ਜੇ ਦੁੱਖ ਮਿਲੇ ਫਲਾਣੇ ਨੇ ਕੀਤਾ ਜੀ, ਫਲਾਣੇ ਨੇ ਦਿੱਤਾ ਜੀ। ਇਹ ਪਹਿਲੀ ਅਵਸਥਾ। ਦੂਜੀ ਅਵਸਥਾ ਜਾ ਕੇ ਗਿਆਨ ਹੁੰਦਾ ਕਿ ਦੁੱਖ ਅਤੇ ਸੁੱਖ ਮੇਰੇ ਆਪਣੇ ਹੀ ਕਰਮਾਂ ਦਾ ਫਲ ਹੈ। ਤੀਜੀ ਅਵਸਥਾ ਜੇ ਕਿ ਦੁੱਖ ਅਤੇ ਸੁੱਖ ਪਰਮਾਤਮਾ ਦੇਣ ਵਾਲਾ ਹੈ, ਮੇਰੇ ਹੱਥ 'ਚ ਕੁਛ ਨਹੀਂ ਹੈ। ਉਹਦਾ ਜੀਅ ਕਰੇਗਾ ਮੈਨੂੰ ਸੁੱਖ ਦੇ ਦੇਗਾ, ਉਹਦਾ ਜੀਅ ਕਰੇਗਾ ਮੈਨੂੰ ਦੁੱਖ ਦੇ ਦੇਗਾ। ਤੀਜੀ ਅਵਸਥਾ ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਉਹ ਜਾ ਕੇ ਇਸ ਲਈ ਇੱਕ ਸਾਰ ਰਹਿੰਦਾ। ਉਹ ਦੁੱਖ 'ਚ ਦੁਖੀ ਨਹੀਂ ਹੁੰਦਾ, ਸੁੱਖ 'ਚ ਛਾਲਾ ਨਹੀਂ ਮਾਰਦਾ। ਕਿਉਂਕਿ ਅਸੀਂ ਦੁਖੀ ਕਿਉਂ ਹੁੰਦੇ ਹਾਂ? ਕਿਉਂਕਿ ਅਸੀਂ ਮੰਨਣ ਲਈ ਤਿਆਰ ਨਹੀਂ ਕਿ ਦੁੱਖ ਮੇਰੇ ਹੀ ਕਰਮਾਂ ਦਾ ਫਲ ਹੈ। ਜੇ ਅਸੀਂ ਮੰਨ ਲਈਏ ਫਿਰ ਦੁਖੀ ਹੋਣ ਦਾ ਕੋਈ ਮਤਲਬ ਨਹੀਂ। ਦੁੱਖ ਸਹਾਰੋ, ਫਿਰ ਬਸ ਸਹਿਣ ਕਰੋ। ਜਿਵੇਂ ਮਾਤਾ ਭੋਲੀ ਜੀ, ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੀ ਮਾਤਾ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ। ਸੱਦਿਆ ਆਪਣੇ ਪੁੱਤਰ ਨੂੰ, ਮਹਾਂਪੁਰਖਾਂ ਨੂੰ ਸੱਦਿਆ। ਮਹਾਂਪੁਰਖਾਂ ਨੇ ਸੰਤ ਤੇਜਾ ਸਿੰਘ ਜਿਹੜੇ ਦੂਜੇ ਨੰਬਰ 'ਤੇ ਸਨ ਉਹਨੂੰ ਕਮਰੇ 'ਚ ਰੱਖ ਲਿਆ। ਮਾਤਾ ਜੀ ਸਨ ਜਾਂ ਮਹਾਂਪੁਰਖ ਆਪ ਸਨ ਜਾਂ ਸੰਤ, ਤੇ ਬਾਕੀ ਸਾਰਿਆਂ ਨੂੰ ਬਾਹਰ ਕੱਢਤਾ ਉਹਨਾਂ ਨੇ ਕਮਰੇ 'ਚ। ਹਾਂ, ਕਹਿੰਦੇ ਮਾਤਾ ਜੀ ਸੱਦਿਆ ਸੀ। ਫਿਰ ਕਿਵੇਂ ਸੱਦਿਆ? ਕਹਿੰਦੇ ਪੁੱਤ ਮੈਂ ਨਾ ਬਹੁਤ ਔਖੀ ਹਾਂ ਬਿਮਾਰੀ ਤੋਂ, ਅਤੇ ਅਰਦਾਸ ਕਰਦੇ। ਕਹਿੰਦੇ ਮਾਤਾ ਜੀ ਮੈਂ ਅਰਦਾਸ ਤਾਂ ਕਰ ਦਿੰਦਾ, ਮੇਰੀ ਅਰਦਾਸ ਗੁਰੂ ਮਹਾਰਾਜ ਮੰਨ ਵੀ ਲੈਣਗੇ, ਤੁਸੀਂ ਸੁਖੀ ਹੋ ਵੀ ਜਾਵੋਗੇ, ਪਰ ਉਹ ਤਾਂ ਮੇਰੀ ਅਰਦਾਸ ਕਾਰਨ ਹੋਵੋਗੇ, ਤੁਹਾਡਾ ਕਰਮ ਤਾਂ ਖੜਾ ਰਹਿ ਜਾਣਾ। ਕਰਮ ਤਾਂ ਨਹੀਂ ਨਾ ਘਟੀਣਾ। ਜਿਹੜੀ ਕੁਝ ਦਿਨਾਂ ਤੁਹਾਡੀ ਬਿਮਾਰੀ ਰਹਿ ਗਈ, ਤੁਹਾਨੂੰ ਦੁਬਾਰਾ ਜਨਮ ਲੈਣਾ ਪੈਣਾ, ਇਹ ਫਿਰ ਬਿਮਾਰੀ ਝੱਲਣੀ ਪੈਣੀ। ਕਹਿ ਠੀਕ ਹੈ ਮੈਂ ਅਰਦਾਸ ਕਰ ਦਿੰਦਾ, ਤੁਹਾਡਾ ਦੁੱਖ ਖਤਮ ਹੋ ਜਾਏਗਾ, ਪਰ ਕਰਮ ਤਾਂ ਖੜਾ ਨਾ। ਕਰਮ ਨੂੰ ਨਹੀਂ ਮੈਂ ਕੱਟ ਸਕਦਾ, ਮੈਂ ਤੁਹਾਡੇ ਦੁੱਖ ਨੂੰ ਤਾਂ ਦੂਰ ਕਰ ਸਕਦਾ। ਇਸ ਲਈ ਚੰਗਾ ਇਹੀ ਹੈ ਤੁਸੀਂ ਔਖੇ ਸੌਖੇ ਇਹ ਭੋਗ ਲਓ, ਉਸ ਤੋਂ ਬਾਅਦ ਤੁਹਾਨੂੰ ਕੋਈ ਜਨਮ ਨਹੀਂ ਲੈਣਾ ਪਵੇਗਾ, ਤੁਸੀਂ ਮੁਕਤ ਹੋ ਜਾਓਗੇ। ਅਤੇ ਬਸ ਫਿਰ ਜਿੰਨਾ ਸਮਾਂ ਬਾਅਦ 'ਚ ਮਾਤਾ ਜੀ ਨੇ ਕਿਸੇ ਅੱਗੇ ਸੀ ਨਹੀਂ ਕੀਤੀ, ਕਿਸੇ ਅੱਗੇ ਕੋਈ ਗਿਲਾ ਨਹੀਂ ਕੀਤਾ। ਜੋ ਦੁੱਖ ਸੀ ਔਖੇ ਸੌਖੇ ਉਹ ਭੋਗ ਕੇ ਸੰਸਾਰ ਤੋਂ ਚਲੇ। ਜਦੋਂ ਗਿਆਨ ਹੋ ਜਾਂਦਾ ਹੈ ਕਿ ਦੁੱਖ ਸੁੱਖ ਮੇਰੇ ਹੀ ਕਰਮ, ਦੇਖੋ ਮਹਾਂਪੁਰਖਾਂ ਪਤਾ ਮਾਤਾ ਜੀ ਤੁਹਾਡੇ ਕਰਮ ਕਾਰਨ ਹੀ ਦੁੱਖ ਹੈ, ਇਹ ਤੁਹਾਡੇ ਕਰਮ ਕਾਰਨ ਹੀ ਦੁੱਖ ਹੈ। ਕਰਮਕ ਰੋਗ ਹੈ, ਉਹਨੂੰ ਕਹਿੰਦੇ ਨੇ ਕਰਮਕ ਰੋਗ। ਇੱਕ ਤਾਂ ਵੀ ਆ ਮੌਸਮ ਬਦਲ ਗਿਆ, ਕਿਸੇ ਨੂੰ ਖੰਘ ਲੱਗ ਗਈ, ਜ਼ੁਕਾਮ ਲੱਗ ਗਈ, ਇਹ ਕਰਮਕ ਰੋਗ ਨਹੀਂ, ਇਹ ਮੌਸਮੀ ਬਿਮਾਰੀਆਂ ਕੁਝ ਹੁੰਦੀਆਂ। ਹੁਣ ਸ਼ੂਗਰ ਹੈ, ਹੋ ਗਈ, ਹਟਦੀ ਨਹੀਂ, ਇਹ ਕਰਮਕ ਰੋਗ। ਪਰ ਕਿਹੜਾ ਕਰਮ ਕੀਤਾ ਜਿਸ ਕਾਰਨ ਰੋਗ ਹਟਦਾ ਹੀ ਨਹੀਂ ਹੈ? ਬਸ ਦਵਾਈ ਖਾਈ ਜੋ, ਜਿਉਂਦੇ ਰਹੋਗੇ। ਅਗਰ ਲਾਪਰਵਾਹੀ ਕੀਤੀ ਨਹੀਂ, ਸ਼ੂਗਰ ਵਧੀ ਨਹੀਂ, ਸਾਰੀ ਬੋਡੀ ਦਾ ਸਿਸਟਮ ਫੇਲ ਹੋ ਜਾਂਦਾ ਹੈ। ਅਗਰ ਸ਼ੂਗਰ ਇੱਕਦਮ ਸ਼ੂਟ ਕਰ ਜਾਏ, ਸਾਰੀ ਬੋਡੀ ਦਾ ਸਿਸਟਮ ਫੇਲ ਹੋ ਜਾਂਦਾ ਹੈ। ਕਿਡਨੀਆਂ ਕੁਡਨੀਆਂ ਸਭ ਕੰਮ ਕਰਨੋਂ ਹਟ ਜਾਂਦੀਆਂ।
ਇਸ ਤਰ੍ਹਾਂ ਬਲੱਡ ਪ੍ਰੈਸ਼ਰ ਜੇ ਇੱਕਦਮ ਹਾਈ ਹੋ ਜਾਏ, ਜਾਂ ਤਾਂ ਕੋਈ ਪਾਸਾ ਮਾਰਿਆ ਜਾਵੇਗਾ ਜਾਂ ਕੋਈ ਦਿਮਾਗ ਦੀ ਨਾੜੀ ਫਟ ਸਕਦੀ ਹੈ, ਕੁਛ ਵੀ ਹੋ ਸਕਦਾ। ਇਸ ਲਈ ਜਿਨ੍ਹਾਂ ਨੂੰ ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ ਹੋਵੇ, ਉਹਨਾਂ ਕਦੇ ਲਾਪਰਵਾਹੀ ਨਹੀਂ ਕਰਨੀ। ਜੋ ਗੋਲੀ ਡਾਕਟਰ ਨੇ ਇੱਕ ਟਾਈਮ ਦਿੱਤੀ ਹੈ, 2 ਟਾਈਮ ਦੀ ਦਿੱਤੀ ਹੈ, ਉਸੇ ਤਰ੍ਹਾਂ ਖਾਈ ਜਾਣੀ ਹੈ। ਫਿਰ ਦਵਾਈ ਲੈਣ ਦੇ ਬਾਵਜੂਦ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਕੋਈ ਗੜਬੜ ਹੈ, ਫਿਰ ਉਹ ਡਾਕਟਰ ਕੋਲ ਜਾਣਾ ਚਾਹੀਦਾ, ਉਹਦੇ ਕੋਲ ਜਾਣਾ ਚਾਹੀਦਾ, ਤਾਂ ਜੋ ਹੋ ਸਕਦਾ ਉਹ ਡੋਜ਼ ਵਧਾ ਦੇਵੇ, ਕੋਈ ਗੋਲੀ ਵਧਾ ਦੇ ਕੁਝ ਸਮੇਂ ਲਈ। ਜਿਵੇਂ ਉਹਨੇ ਮੈਨੂੰ ਕਿਹਾ ਸੀ, ਬਾਬਾ ਜੀ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਜਿਹੜਾ ਬਲੱਡ ਪ੍ਰੈਸ਼ਰ ਕਈ ਵਾਰੀ ਹਾਈ ਰਹਿਣ ਲੱਗ ਜਾਂਦਾ ਹੈ, ਗਰਮ ਪਾਣੀ ਪੀਵੀ ਜਾਇਆ ਕਰੋ, ਬਹੁਤੇ ਇਲਾਜ ਨੂੰ ਕਰਨ ਦੀ ਲੋੜ ਨਹੀਂ, ਤੱਤਾ ਪਾਣੀ ਪੀਵੀ ਜਾਓ, ਬਸ 24 ਵਾਰ ਪਾਣੀ ਪੀਣਾ ਦਿਨ 'ਚ, ਹਰ ਘੰਟੇ ਬਾਅਦ 1 ਗਲਾਸ ਪਾਣੀ ਪੀਣਾ, ਕੋਸਾ ਪਾਣੀ ਪੀਣਾ, ਠੰਡਾ ਨਹੀਂ ਪੀਣਾ, ਸਭ ਅੰਦਰਲਾ ਗੰਦ ਮੰਦ ਉਸ ਪਾਣੀ ਨਾਲ ਬਾਹਰ ਨਿਕਲ ਜਾਏਗਾ ਅਤੇ ਠੀਕ ਹੋ ਜਾਏਗਾ। ਕਿਉਂਕਿ ਅੱਜ ਕੱਲ੍ਹ ਕਹਿੰਦੇ ਸਰਦੀਆਂ ਨਾੜਾਂ ਸੁੰਗੜ ਜਾਂਦੀਆਂ, ਜਦੋਂ ਕਹਿੰਦੇ ਗਰਮੀ ਸ਼ੁਰੂ ਹੋ ਜਾਏ, ਮਾਰਚ ਸ਼ੁਰੂ ਹੋ ਜਾਏਗਾ, ਇਹ ਫਿਰ ਸਭ ਕੁਝ ਠੀਕ ਹੋ ਜਾਏਗਾ, ਹੌਲੀ 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 ਬਸ ਆਪੇ ਹੀ ਤੁਸੀਂ ਮਹਿਸੂਸ ਕਰੋਗੇ। ਸੋ ਇਸ ਲਈ ਇਹ ਜਿਹਨੂੰ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਹੋਵੇ ਉਹਨੂੰ ਬੜਾ ਖਿਆਲ ਰੱਖਣਾ ਪੈਂਦਾ, ਨਹੀਂ ਤਾਂ ਫਿਰ ਭਾਰੀ ਨੁਕਸਾਨ ਹੋ ਜਾਏਗਾ ਜਿਹੜਾ ਮੁੜ ਕੇ ਰਿਕਵਰ ਨਹੀਂ ਹੁੰਦਾ। ਇਹ ਬੜਾ ਪ੍ਰੋਬਲਮ ਹੈ। ਜਿਵੇਂ ਹਾਰਟ ਅਟੈਕ ਹੋ ਗਿਆ, ਪਹਿਲੇ ਹਾਰਟ ਅਟੈਕ 25% ਤੁਹਾਡਾ ਦਿਲ ਡੈਡ ਹੋ ਗਿਆ, ਬਸ ਉਹ ਨਹੀਂ ਜਿਉਂਦਾ ਹੁੰਦਾ, 75% ਤੁਹਾਨੂੰ ਜਿਉਣਾ ਪਏਗਾ। ਦੂਜਾ ਅਟੈਕ ਹੋ ਗਿਆ, 50% ਹੋਰ ਡੈਡ ਹੋ ਗਿਆ, ਸਿਰਫ 25% ਦੇ ਦਿਲ ਕੰਮ ਕਰ ਰਿਹਾ ਹੈ, ਬਸ ਉਹ ਫਿਰ ਨਹੀਂ ਜਿਉਂਦੇ ਹੁੰਦੇ। ਜਿਹੜੇ ਸੈੱਲ ਡੈਡ ਹੋ ਜਾਂਦੇ ਨਾ ਅਟੈਕ ਨਾਲ, ਚਾਹੇ ਉਹ ਬਲੱਡ ਪ੍ਰੈਸ਼ਰ ਦੇ ਅਟੈਕ ਨਾਲ ਹੋਵੇ, ਚਾਹੇ ਹਾਰਟ ਦੇ ਨਾਲ, ਜਿਹੜੇ ਸੈੱਲ ਡੈਡ ਹੋ ਗਏ ਉਹ ਮੁੜ ਕੇ ਜਿਉਂਦੇ ਨਹੀਂ ਹੁੰਦੇ। ਜਿਸ ਬੰਦੇ ਲਕਵਾ ਹੋ ਗਿਆ ਨਾ, ਹੁੰਦਾ ਇਹ ਬਲੱਡ ਪ੍ਰੈਸ਼ਰ ਕਾਰਨ ਹੀ ਹੈ। ਬਲੱਡ ਪ੍ਰੈਸ਼ਰ ਕਾਰਨ ਜਿਹੜਾ ਕਲੌਟ ਹੈ ਕੋਈ ਦਿਮਾਗ 'ਚ ਜਾ ਕੇ ਜੰਮ ਜਾਂਦਾ ਕਿਸੇ ਨਾੜੀ 'ਚ, ਬਸ ਉੱਥੇ ਹੀ ਕੋਈ ਪਾਸਾ ਮਾਰਿਆ ਗਿਆ, ਬਸ ਮਾਰਿਆ ਗਿਆ। ਸੰਸਾਰ 'ਚ ਕੋਈ ਇਲਾਜ ਨਹੀਂ ਇਸ ਦਾ ਨਿਕਲਿਆ, ਬਸ ਜਿਹੜਾ ਪਾਸਾ ਮਾਰਿਆ ਸਾਰੀ ਉਮਰ ਜਿੰਨਾ ਸਮਾਂ ਬਾਕੀ ਜਿਉਣਾ। ਇਸ ਲਈ ਸਿਹਤ ਪ੍ਰਤੀ ਵੀ ਸਾਵਧਾਨ ਰਹਿਣਾ ਹੈ, ਲਾਪਰਵਾਹੀ ਨਹੀਂ ਕਰਨੀ, ਨਾ ਰੱਬ ਵੱਲੋਂ ਨਾਮ ਵੱਲੋਂ ਲਾਪਰਵਾਹੀ ਕਰਨੀ ਹੈ ਅਤੇ ਨਾ ਸਰੀਰ ਵੱਲੋਂ ਕਰਨੀ, ਕਿਉਂਕਿ ਸਰੀਰ ਫਿੱਟ ਹੈ ਤਾਂ ਹੀ ਅਸੀਂ ਨਾਮ ਜਪ ਸਕਦੇ ਹਾਂ। ਜੇ ਸਰੀਰ ਦੀ ਗੱਡੀ ਹੋਈ ਨਹੀਂ ਚੱਲ ਰਹੀ ਤਾਂ ਡਰਾਈਵਰ ਉੱਥੇ ਕਿਆ ਕਰੇਗਾ? ਗੱਡੀ ਦਾ ਚੱਲਣਾ ਵੀ ਜ਼ਰੂਰੀ ਹੈ। ਇਹ ਸਰੀਰ ਇੱਕ ਗੱਡੀ ਹੈ, ਇਹ ਕਾਇਮ ਰਹਿਣੀ ਚਾਹੀਦੀ ਹੈ। ਜਿਵੇਂ ਤੁਸੀਂ ਸਮੇਂ 'ਤੇ ਕਰਾਉਂਦੇ ਰਹਿੰਦੇ ਨਾ ਸਰਵਿਸ, ਸਕੂਟਰ, ਕਾਰ, ਜੋ ਤੁਹਾਡੇ ਕੋਲ ਹੈ, ਉਹਦੀ ਹਾਲਾਂਕਿ ਠੀਕ ਚੱਲ ਰਹੀ ਹੁੰਦੀ ਹੈ, ਫਿਰ ਵੀ ਸਰਵਿਸ ਕਰਾਉਂਦੇ ਹੋ। ਹੁਣ ਪੁੱਛੇ ਜਦੋਂ ਖਰਾਬ ਹੋ ਤਾਂ ਕਰਾਇਆ, ਚੰਗੀ ਭਲੀ ਚੱਲ ਕਿਉਂ ਕਰਾਉਂਦੇ ਹੋ? ਜਾ ਕੇ ਉਹਨੂੰ ਕਹਿੰਦੇ ਦੇਖ ਲੈ ਚੰਗੀ ਤਰ੍ਹਾਂ ਇੱਕ ਵਾਰੀ, ਕੋਈ 'ਚ ਕੋਈ ਨੁਕਸ ਤਾਂ ਨਹੀਂ, ਕੋਈ ਹੈ ਤਾਂ ਕੱਢ ਕੁੱਟ ਦੇ ਦਾ ਨੁਕਸਾਨ। ਐਂ ਇਹ ਸਰੀਰ ਦੀ ਵੀ ਸਰਵਿਸ ਕਰਾਉਣੀ ਪੈਂਦੀ ਹੈ। ਕਦੇ ਕਦੇ ਡਾਕਟਰ ਕੋਲ ਜਾਣਾ ਪੈਂਦਾ ਹੈ, ਉਹ ਥੋੜ੍ਹਾ ਬਹੁਤਾ ਕੋਈ ਪ੍ਰੋਬਲਮ ਮਹਿਸੂਸ ਹੁੰਦੀ ਹੈ, ਉਹਦੇ ਨਾਲ ਸਾਂਝੀ ਕਰਨੀ ਪੈਂਦੀ ਤਾਂ ਜੋ ਉਸ ਦਾ ਕੋਈ ਹੱਲ ਨਿਕਲ ਸਕੇ। ਇਸ ਲਈ ਅਸੀਂ ਦੋਨੋਂ ਕੰਮ ਕਰਨੇ ਨੇ, ਸਰੀਰ ਵੱਲੋਂ ਵੀ ਲਾਪਰਵਾਹ ਨਹੀਂ ਹੋਣਾ ਅਤੇ ਪਰਮਾਤਮਾ ਦੇ ਨਾਂ ਵੱਲੋਂ ਵੀ ਲਾਪਰਵਾਹ ਨਹੀਂ ਹੋਣਾ, ਸਾਵਧਾਨ ਹੀ ਰਹਿਣਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਮਾਨਮੁਖ ਗਣਤ ਗਨਾਵਣੀ ਕਰਤਾ ਕਰੇ ਸੋ ਹੋਏ। ਮਾਨਮੁਖ ਬੜਾ ਗਿਣਤੀਆਂ ਮਿਣਤੀਆਂ ਕਰਦਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ, ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਕਰਦਾ ਹੈ। ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ। ਭਾਵੇਂ ਹਰ ਇੱਕ ਚਾਹੁੰਦਾ ਹੈ ਪਰਮਾਤਮਾ ਦੀ ਕੀਮਤ ਪਾਉਣ ਦੇ, ਵੀ ਪਰਮਾਤਮਾ ਕਿੱਡਾ ਵੱਡਾ ਹੈ, ਕਿੰਨਾ ਮਹਾਨ ਹੈ। ਇੱਥੇ ਕੀਮਤ ਤੋਂ ਮਤਲਬ ਇਹ ਨਹੀਂ ਕਿ ਕਿੰਨੇ ਰੁਪਈਆਂ ਦਾ ਰੱਬ ਮਿਲੂਗਾ, ਉਹ ਨਹੀਂ ਸਮਝ ਲੈਣਾ। ਉਹਦੀ ਕਿੱਡੀ ਵੱਡੀ ਵਡਿਆਈ ਹੈ, ਕਿੱਡੇ ਉਹਦੇ ਗੁਣ ਨੇ, ਇਹ ਇਸ ਤਰ੍ਹਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਭਾਵੇਂ ਹਰ ਇੱਕ ਚਾਹੁੰਦਾ ਚਾਹੁੰਦਾ ਹੈ, ਪਰ ਪਾ ਨਹੀਂ ਸਕਦਾ ਉਸਦੀ ਕੀਮਤ। ਗੁਰਮਤਿ ਹੋਏ ਤਾਂ ਪਾਈਏ, ਸੱਚ ਮਿਲੇ ਸੁਖ ਹੋਏ। ਜੇ ਗੁਰੂ ਦੀ ਮੱਤ ਸਾਨੂੰ ਪ੍ਰਾਪਤ ਹੋ ਜਾਏ ਤਾਂ ਫਿਰ ਕੀ ਹੁੰਦਾ? ਫਿਰ ਸੱਚ ਮਿਲੇ, ਫਿਰ ਅਸੀਂ ਸੱਚ ਦੇ ਵਿੱਚ ਮਿਲ ਜਾਵਾਂਗੇ, ਪਰਮਾਤਮਾ ਨਾਲ ਮਿਲ ਜਾਵਾਂਗੇ। ਸੁੱਖ ਹੋਏ, ਫਿਰ ਸਾਨੂੰ ਸਦਾ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਹੋਵੇਗੀ।
ਸੋ ਗੁਰੂ ਦੀ ਮੱਤ ਧਾਰਨ ਕਰਨਾ ਜ਼ਰੂਰੀ ਹੈ। ਅਗਰ ਅਸੀਂ ਚਾਹੁੰਦੇ ਅਸੀਂ ਸੁਖੀ ਰਹੀਏ ਤਾਂ ਫਿਰ ਜਿਹੜਾ ਹੈ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਕਰਨਾ ਪੈਣਾ ਹੈ। ਜਿੰਨਾ ਗੁਰਬਾਣੀ ਦੇ ਅਨੁਸਾਰ ਜੀਵਨ ਹੈ ਕਿ ਸਮਝੋ ਉਨੇ ਅਸੀਂ ਰੱਬ ਦੇ ਨੇੜੇ, ਜਿੰਨੇ ਰੱਬ ਦੇ ਨੇੜੇ ਉਨੇ ਅਸੀਂ ਸੁਖੀ ਹਾਂ। ਜਿਉਂ ਮਨੁੱਖ ਰੱਬ ਤੋਂ ਦੂਰ ਹੋਈ ਜਾਂਦਾ ਦੁਖੀ ਹੁੰਦਾ ਰਹਿੰਦਾ ਹੈ। ਆਹ ਪੰਜਾਬ ਦੇ ਜਿਹੜੇ ਬੰਦੇ ਨੇ ਇਹ ਤਾਂ ਰੱਬ ਤੋਂ ਬਹੁਤ ਹੀ ਦੂਰ ਚਲੇ ਗਏ ਹਨ, ਇਹ ਬਹੁਤ ਦੂਰ ਚਲੇ ਗਏ। ਇਹ ਤਾਂ ਬੀਬੀਆਂ ਕਾਰਨ ਨਹੀਂ ਡੁੱਬ ਰਿਹਾ, ਨਹੀਂ ਤਾਂ ਪੰਜਾਬ ਦੇ ਕਦੋਂ ਡੁੱਬ ਗਿਆ। ਦੱਸ ਬੰਦਿਆਂ 'ਚ ਕੋਈ ਕਸਰ ਹੀ ਨਹੀਂ ਛੱਡੀ ਨੂੰ ਡੁੱਬਣ 'ਚ। ਬੰਦਿਆਂ ਨੇ ਤਾਂ ਇਹਨੂੰ ਸ਼ਰਾਬ ਅਤੇ ਨਸ਼ਿਆਂ 'ਚ ਡੋਬਣ ਦੀ ਕਸਰ ਹੀ ਕੋਈ ਨਹੀਂ ਛੱਡੀ। ਇਹ ਤਾਂ ਬੀਬੀਆਂ ਭਜਨ ਬੰਦਗੀ ਕਰਕੇ ਫਿਰ ਉੱਪਰ ਨੂੰ ਲੈ ਆਉਂਦੀਆਂ, ਬੰਦੇ ਫਿਰ ਇਸ ਨੂੰ ਡੋਬਦੇ ਨੇ, ਬੀਬੀਆਂ ਭਜਨ ਬੰਦਗੀ ਫਿਰ ਉੱਪਰ ਲੈ ਆਉਂਦੀਆਂ। ਇਹ ਤਾਂ ਪੰਜਾਬ ਬਸ ਐਂ ਚੱਲ ਰਿਹਾ। ਬੰਦਿਆਂ ਦੇ ਸ਼ਰਾਬਾਂ ਪੀਣ ਤੋਂ ਵਿਹਲ ਨੇ, ਸ਼ਰਾਬਾਂ ਪੀਏ ਨਸ਼ੇ ਕਰੀ ਜਾਣਗੇ, ਕਿਸੇ ਪਾਠ ਨਹੀਂ ਕਰਨਾ। ਇਹ ਤਾਂ ਸ਼ਹਿਰਾਂ 'ਚ ਨੇ 2.5 ਬੰਦੇ ਪਾਠ ਕਰਨ ਵਾਲੇ ਨੇ, ਪਿੰਡਾਂ 'ਚ ਸਤਿ ਸ੍ਰੀ ਅਕਾਲ ਉਹਦਾ ਕੋਈ ਵਿਚਾਰਾ ਲੱਭਦਾ ਹੈ। ਸੰਤ ਸੀਤਲ ਸਿੰਘ ਕਹਿੰਦੇ ਮੈਂ ਇਕੱਲੇ ਹੀ ਸੀ ਪਿੰਡ 'ਚ ਅੰਮ੍ਰਿਤ ਛਕਿਆ ਹੋਇਆ, ਤਾਂ ਮੈਨੂੰ ਕਹਿੰਦੇ ਗਿਆਨੀ ਜੀ ਕਹਿੰਦੇ ਸੀ। ਇੱਕ ਪਿੰਡ 'ਚ ਇੱਕੋ ਬੰਦਾ ਜਿਹਨੇ ਅੰਮ੍ਰਿਤ ਛਕਿਆ ਹੋਇਆ। ਪਿੰਡ ਵਾਲਿਆਂ ਨੂੰ, ਘਰ ਦੇ ਜੀਆਂ ਨੂੰ ਕੋਈ ਪਤਾ ਨਹੀਂ ਵੀ ਸਾਡਾ ਬੰਦਾ ਸੰਤ ਹੈ। ਜਦੋਂ ਉਹਨਾਂ ਦੀ ਹੋਈ ਡੈਥ ਪਟਿਆਲੇ ਤੋਂ ਕਾਰਾਂ ਉੱਥੇ ਪਹੁੰਚ ਗਈਆਂ। ਅਤੇ ਅਖੀਰ 'ਤੇ ਉੱਥੋਂ ਦਾ ਜਿਹੜਾ ਮੁਖੀਆ ਸੀ ਪਿੰਡ ਦਾ, ਉਹਨੇ ਖੜ੍ਹੇ ਹੋ ਕੇ ਕਿਹਾ ਸਾਨੂੰ ਤਾਂ ਅੱਜ ਪਤਾ ਲੱਗਾ ਕਿ ਸਾਡਾ ਬੰਦਾ ਜਿਹੜਾ ਸੀ ਇਹ ਸੰਤ ਸੀ, ਅਸੀਂ ਤਾਂ ਕਦਰ ਹੀ ਕੋਈ ਨਹੀਂ ਪਾਈ। ਇਹ ਖੱਟ ਕੇ ਸਾਰਾ ਪਟਿਆਲੇ ਵਾਲੇ ਖੱਟ ਕੇ ਕਿ ਇਹਨਾਂ ਦੀ ਕਾਰਾਂ ਵੇਖ ਕੇ ਸਾਨੂੰ ਪਤਾ ਲੱਗ ਗਿਆ ਵੀ ਹੈ ਇੰਨੀ ਸਾਡੇ ਬੰਦੇ ਦੀ ਮਾਨਤਾ ਸੀ। ਕਹਿੰਦੇ ਅਸੀਂ ਕੋਲ ਹੁੰਦਿਆਂ ਕੋਈ ਲਾਭ ਨਹੀਂ। ਅਸੀਂ ਉਹ ਤਾਂ ਗਿਆਨੀ ਜੀ ਕਹਿੰਦੇ ਰਹੇ ਵੀ ਚਲੋ ਭਾਈ ਅੰਮ੍ਰਿਤਧਾਰੀ ਹੈ ਗਿਆਨੀ ਜੀ ਬਸ। ਇਸ ਲਈ ਹਰ ਇੱਕ ਨਹੀਂ ਕੋਈ ਕੀਮਤ ਪਾਸਦਾ, ਨਾ ਕੋਈ ਪਹਿਚਾਣ ਸਕਦਾ ਹੁੰਦਾ। ਗੁਰੂ ਨਾਨਕ ਨੂੰ ਨਾ ਪਹਿਚਾਣੇ ਹੋਰਾਂ ਦੀ ਤਾਂ ਗੱਲ ਹੀ ਛੱਡੋ। ਇਸ ਲਈ ਜਿਹਨੂੰ ਕਿਤੇ ਗੁਰੂ ਦੀ ਮੱਤ ਪ੍ਰਾਪਤ ਹੋ ਜਾਏ ਨਾ, ਉਹ ਫਿਰ ਉਹਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ, ਫਿਰ ਉਹਨੂੰ ਸੁੱਖ ਮਿਲਦਾ। ਸੱਚਾ ਨੇਹ ਨਾ ਟੁੱਟੇ, ਇਹਨੂੰ ਨੇਹੋ ਨਹੀਂ ਪੜ੍ਹਨਾ। ਨੇ ਪੂਰਾ ਸ਼ਬਦ ਹੈ ਅਸਨੇ, ਉਸ ਤੋਂ ਛੋਟਾ ਸਨੇ, ਅੱਧਾ ਸੱਸਾ ਨੰਨੇ ਲਾਂ ਹਾਥ ਸਨੇ, ਉਸ ਤੋਂ ਛੋਟਾ ਨੇ। ਨੇ ਸਨੇ ਅਸਨੇ ਇੱਕੋ ਹੀ ਮੀਨਿੰਗ ਹੈ ਪਿਆਰ, ਅਰਥ ਹੈ ਪਿਆਰ। ਨੇ ਪਲਿੰਗ ਹੋਣ ਕਰਕੇ ਹਾਹੇ ਨੂੰ ਔਂਕੜ ਲੱਗਿਆ, ਬੋਲਣ ਲਈ ਨਹੀਂ ਹੈਗਾ ਹੈ। ਨੇ ਨਾਮ ਹੈ, ਪਿਆਰ ਨਾਉ ਨੇ, ਅਤੇ ਇਹ ਪੁਲਿੰਗ ਹੈ ਅਤੇ ਇੱਕ ਵਚਨ, ਇਸ ਕਰਕੇ ਹਾਹੇ ਨੂੰ ਔਂਕੜ ਲੱਗਾ ਹੋਇਆ। ਨੇਹੋ ਨਹੀਂ ਪੜ੍ਹਨਾ। ਨੇ ਸੱਚਾ ਨੇ ਨਾ ਟੁੱਟੀ, ਜੇ ਸਤਿਗੁਰ ਭੇਟੈ ਸੋਏ। ਜੇ ਕਦੇ ਗੁਰੂ ਪਰਮਾਤਮਾ ਨਾਲ ਮਿਲਾ ਦੇਵੇ ਨਾ, ਫਿਰ ਇਹ ਪਿਆਰ ਟੁੱਟਿਆ ਨਹੀਂ ਕਰਦਾ ਹੈ। ਕਿਉਂਕਿ ਪਰਮਾਤਮਾ ਨਾਲ ਪਿਆਰ ਜੇ ਇੱਕ ਵਾਰੀ ਪੈ ਜਾਏ ਫਿਰ ਦੁਬਾਰਾ ਟੁੱਟਿਆ ਨਹੀਂ ਕਰਦਾ ਹੁੰਦਾ। ਅਤੇ ਪਾਉਂਦਾ ਕੌਣ ਹੈ? ਗੁਰੂ ਜਦੋਂ ਮਿਲਦਾ ਉਦੋਂ। ਗਿਆਨ ਪਦਾਰਥ ਪਾਈਏ ਤ੍ਰਿਭਵਨ ਸੋਝੀ ਹੋਏ। ਜਿਹੜੀ ਬਹੁਤ ਕੀਮਤੀ ਚੀਜ਼ ਹੈ ਉਸ ਨੂੰ ਧਰਮ ਦੇ ਵਿੱਚ ਪਦਾਰਥ ਕਿਹਾ ਗਿਆ। 4 ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। 4 ਪਦਾਰਥ ਹਿੰਦੂ ਧਰਮ ਗਿਣੇ ਗਏ ਨੇ, ਧਰਮ, ਅਰਥ, ਕਾਮ, ਮੋਖ। ਧਰਮ ਹੁੰਦਾ ਸ਼ੁਭ ਗੁਣ, ਅਰਥ ਹੁੰਦਾ ਧਨ ਦੌਲਤ, ਕਾਮ ਹੁੰਦੀ ਇੱਛਾ ਪੂਰਤੀ, ਮੋਖ ਹੁੰਦੀ ਮੁਕਤੀ। ਕਿ ਜੇ 4 ਚੀਜ਼ਾਂ ਚਾਹੀਦੀਆਂ ਕਹਿੰਦੇ ਫਿਰ ਸੰਤਾਂ ਦੀ ਚਰਨੀਆਂ ਲੱਗ ਜਾਓ। ਕਹਿੰਦੇ ਫਿਰ ਗੁਰੂ ਦੇ ਚਰਨੀ ਲੱਗਣਾ ਪਏਗਾ, ਗੁਰੂ ਦੇ ਆਖੇ ਲੱਗਣਾ ਪਏਗਾ। ਫਿਰ ਇਸੇ ਤਰ੍ਹਾਂ ਗਿਆਨ ਪਦਾਰਥ ਹੈ, ਗਿਆਨ ਨੂੰ ਵੀ ਪਦਾਰਥ ਕਿਹਾ, ਬ੍ਰਹਮ ਗਿਆਨ ਨੂੰ ਪਦਾਰਥ ਕਿਹਾ। ਬਹੁਤ ਕੀਮਤੀ ਚੀਜ਼ ਹੈ। ਜਦੋਂ ਕਹਿੰਦੇ ਗਿਆਨ ਪਦਾਰਥ ਪ੍ਰਾਪਤ ਹੁੰਦਾ ਨਾ, ਗਿਆਨ ਰੂਪੀ ਬ੍ਰਹਮ ਗਿਆਨ ਰੂਪੀ ਪਦਾਰਥ ਜਦੋਂ ਪ੍ਰਾਪਤ ਹੁੰਦਾ, ਤ੍ਰਿਭਵਨ ਸੋਝੀ ਹੋਏ। 3 ਭਵਨਾਂ ਦੀ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨਾਂ ਦੀ ਸੋਝੀ ਹੋ ਜਾਂਦੀ। ਇਹ ਐਡੀ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਕਿ ਲੱਖਾਂ ਕਰੋੜਾਂ ਕਿਲੋਮੀਟਰ ਤੱਕ ਉਹ ਵੇਖ ਸਕਦਾ ਹੈ। ਗੁਰੂ ਨਾਨਕ ਤਾਂ ਹੀ ਕਿਸੇ ਲੱਖ ਆਕਾਸ਼ਾਂ ਆਕਾਸ਼, ਲੱਖ ਪਤਾਲਾਂ ਪਤਾਲ। ਐਡੀ ਜ਼ਬਰਦਸਤ ਦਿਵ ਦ੍ਰਿਸ਼ਟੀ ਸੀ। ਫਿਰ ਵੀ ਉਹਨੇ ਲੱਖ ਨਹੀਂ ਕਿਹਾ, ਲੱਖਾਂ ਕਿਹਾ, ਵੀ ਪਤਾ ਹੀ ਨਹੀਂ ਕਿੰਨੇ ਕਿੰਨੇ। ਜੇ ਕਹਿੰਦੇ 5 ਲੱਖ 10 ਲੱਖ ਫਿਰ ਤਾਂ ਗਿਣਤੀ ਹੋ ਗਈ ਸੀ।
ਪਰਮਾਤਮਾ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦੀ ਗਿਣਤੀ ਨਹੀਂ ਹੋ ਸਕਦੀ। ਇਹ ਤਾਂ ਅੰਦਾਜ਼ਾ ਲਾ 84 ਲੱਖ ਜੂਨਾਂ ਨੇ ਜੀ, ਹਾਂ ਅੰਦਾਜ਼ੇ ਨੇ, ਗਿਣਤੀ ਨਹੀਂ ਹੋ ਸਕਦੀ। ਜਦੋਂ ਕਿ 7 ਆਕਾਸ਼ ਨੇ 7 ਪਤਾਲ ਨੇ, ਗਿਣਤੀ ਝੂਠੀ ਹੋ ਗਈ ਅੱਜ, ਕਿਉਂਕਿ ਉਹਨੇ ਗਿਣਤੀ ਕਰਤੀ, ਉਹਨੇ ਗਿਣਤੀ ਕਰਤੀ ਕਿ 7 ਆਕਾਸ਼ ਨੇ 7 ਪਤਾਲ ਨੇ, ਇਸ ਲਈ ਝੂਠੀ ਹੋ ਗਈ। 14 ਪੁਰੀਆਂ ਨੇ, ਤਬਕ ਨੇ, ਫਾਰਸੀ ਵਾਲੇ ਤਬਕ ਕਹਿੰਦੇ ਨੇ, ਉਹ ਸਭ ਝੂਠ ਹੋ ਜਾਂਦਾ। ਫਿਰ ਜੇ ਪਤਾ ਹੀ ਨਹੀਂ ਕਿੰਨੇ ਕੁ ਦੇਸ਼ ਨੇ, ਕਿੰਨੀਆਂ ਕੁ ਪੁਰੀਆਂ ਨੇ, ਕੋਈ ਅੰਤ ਹੀ ਨਹੀਂ ਹੈਗਾ ਜੀ। ਪਰਮਾਤਮਾ ਆਪ ਬੇਅੰਤ ਹੈ, ਉਸਦੀ ਹਰ ਇੱਕ ਚੀਜ਼ ਬਣਾਈ ਹੋਈ ਬੇਅੰਤ ਹੈ। ਕਿਸੇ ਅਸੀਂ ਵੱਧ ਆਪਣੇ ਦੇਸ਼ ਦੀ ਗਿਣਤੀ ਕਰ ਲਾਂਗੇ ਜੀ, ਇੰਨੇ ਲੋਕ ਨੇ ਜੀ, ਡੰਗਰ ਪਸ਼ੂ ਪੰਛੀ ਗਿਣੇ ਜਾ ਸਕਦੇ ਨੇ, ਮੰਨ ਲਓ ਸਰਕਾਰ ਲਾ ਹੀ ਦੇਵੇ ਬੰਦੇ, ਪਰ ਪਤਾ ਹੀ ਨਹੀਂ ਕਿੰਨੇ ਖੰਡ ਬ੍ਰਹਿਮੰਡ ਨੇ, ਕੌਣ ਗਿਣਤੀ ਕਰੇਗਾ ਉਹਨਾਂ ਦੀ। ਉੱਥੇ ਕਿੰਨੀਆਂ ਚੀਜ਼ਾਂ ਨੇ, ਉਹਨੇ ਕੌਣ ਗਿਣਤੀ ਕਰ ਸਕਦਾ, ਕੋਈ ਗਿਣਤੀ ਨਹੀਂ ਹੁੰਦੀ। ਸਿਰਫ ਇੰਨਾ ਕਿ ਇੱਥੇ ਜਿਹੜੇ ਹੈ ਰੂਹਾਂ ਜਿਹੜੀਆਂ ਰਹਿੰਦੀਆਂ ਨੇ, ਇਹਨਾਂ ਦਾ ਹੋਰ ਸਰੀਰ ਹੈ, ਹੋਰ ਮੰਡਲਾਂ ਦੇ ਜਿਹੜੇ ਜੀਵ ਰਹਿੰਦੇ ਨੇ ਉਹਨਾਂ ਦੇ ਸਰੀਰ ਹੋਰ ਹੁੰਦੇ ਜਿਹੜੇ ਸਾਨੂੰ ਦਿਸਦੇ ਨਹੀਂ, ਸਾਨੂੰ ਪਤਾ ਨਹੀਂ। ਜਿਵੇਂ ਰੱਬ ਹੈ ਨਾ, ਰੱਬ ਰਹਿੰਦਾ ਪਰ ਸਾਨੂੰ ਨਹੀਂ ਦਿਸਦਾ। ਅਸੀਂ ਤਾਂ ਤਾਂ ਮੰਨ ਲਿਆ ਵੀ ਸਾਡੇ ਗੁਰੂਆਂ ਨੇ, ਪੀਰਾਂ ਪੈਗੰਬਰਾਂ ਨੇ ਕਿਹਾ ਵੀ ਰੱਬ ਹੈ, ਅਸੀਂ ਸੱਚੀ ਗੱਲ ਤਾਂ ਮੰਨੇ। ਅਸੀਂ ਦਾਅਵੇ ਨਾਲ ਤਾਂ ਕਹਿੰਦੇ ਹੈ ਵੀ ਗੁਰੂ ਮਹਾਰਾਜ ਕਹਿੰਦੇ ਹੈ, ਅਸੀਂ ਸਿੱਖ ਹੋਣ ਦੇ ਨਾਤੇ ਕਹਿੰਦੇ ਹੈ। ਹੁਣ ਈਸਾ ਮਸੀਹ ਨੇ ਕਹਿਤਾ ਵੀ 7 ਆਕਾਸ਼ ਨੇ 7 ਪਤਾਲ ਨੇ, ਈਸਾਈਆਂ ਨੇ ਮੰਨ ਲਿਆ। ਕੁਰਾਨ ਨੇ ਵੀ ਕਹਿਤਾ, ਮੁਹੰਮਦ ਸਾਹਿਬ ਨੇ ਕਿਹਾ ਵੀ 14 ਤਬਕ ਨੇ, 7 ਆਕਾਸ਼ ਨੇ 7 ਪਤਾਲ ਨੇ, ਮੁਸਲਮਾਨਾਂ ਨੇ ਮੰਨ ਲਿਆ। ਪਰ ਸਾਡੇ ਗੁਰੂ ਕੇ ਲੱਖੇ ਆਕਾਸ਼ ਨੇ, ਲੱਖੇ ਪਤਾਲ ਨੇ। ਉਹ ਜਿਹੜੀ ਗਿਣਤੀ ਸੀ ਸਮਾਂ ਪਾ ਕੇ ਗਲਤ, ਸਾਇੰਸ ਨੇ ਗਲਤ ਸਿੱਧ ਕਰਤੀ ਹੈ। ਇਸ ਲਈ ਗਿਣਤੀ ਮਿਣਤੀ ਨਹੀਂ ਜੀ ਆਉਣਾ ਚਾਹੀਦਾ। ਪਰਮਾਤਮਾ ਬੇਅੰਤ ਹੈ, ਕੁਛ ਨਹੀਂ ਉਹਦਾ ਗਿਣਿਆ ਜਾ ਸਕਦਾ ਹੈਗਾ। ਅੱਟੇ ਸੱਟੇ ਹੁੰਦੇ ਨੇ ਬਸ, ਠੀਕ ਹੈ। ਸਮਾਂ ਪਾ ਕੇ ਉਹ ਜਿਹੜਾ ਅੰਦਾਜ਼ਾ ਸੀ ਲਾਇਆ ਹੋਇਆ ਉਹ ਗਲਤ ਵੀ ਹੋ ਸਕਦਾ ਹੈ, ਇਸ ਲਈ ਬੇਅੰਤ ਹੈ। ਗੁਰੂ ਮਹਾਰਾਜ ਗਿਆਨ ਪਦਾਰਥ ਪਾਈਏ, ਜਦੋਂ ਬ੍ਰਹਮ ਗਿਆਨ ਹੁੰਦਾ ਨਾ, ਤ੍ਰਿਭਵਨ ਸੋਝੀ ਹੈ, ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਮਾਤ ਲੋਕ 'ਚ ਕੀ ਹੋ ਰਿਹਾ, ਪਤਾਲ 'ਚ ਕੀ ਹੋ ਰਿਹਾ, ਆਕਾਸ਼ ਵਿੱਚ ਲੋਕ 'ਚ ਕੀ ਹੋ ਰਿਹਾ, ਭਾਵ ਸਾਰੇ ਬ੍ਰਹਿਮੰਡ ਦੀ ਸੋਝੀ ਹੋ ਜਾਂਦੀ ਹੈ। ਜਿਵੇਂ ਦੂਰਬੀਨ ਹੈ, ਆਪਣੀ ਆਪਣੀ ਮਾਰ ਹੈ। ਛੋਟੀ ਛੋਟੀ ਦੂਰਬੀਨਾਂ ਵੀ ਨੇ, 2-4 ਕਿਲੋਮੀਟਰ ਦੂਰ ਵੇਖਣ ਵਾਲੀਆਂ ਵੀ ਹੈ, ਅਤੇ ਕਰੋੜਾਂ ਕਿਲੋਮੀਟਰ ਦੂਰ ਵੇਖਣ ਵਾਲੇ ਵੀ ਦੂਰਬੀਨਾਂ ਨੇ। ਕਿੱਥੇ ਮੰਗਲ ਗ੍ਰਹਿ ਹੈ, ਸਾਇੰਸ ਨੇ ਇੰਨੀ ਤਰੱਕੀ ਕਰ, ਉਹਨਾਂ ਦੱਸਦਾ ਕਿ 18 ਫਰਵਰੀ ਨੂੰ ਜਾ ਕੇ ਜਿਹੜਾ ਹੈ ਇਹ ਗ੍ਰਹਿ ਉਤਰੇਗਾ। ਹੁਣ ਮਾਰਚ ਕਿੰਨਾ ਹੈ, ਹਾਂ ਕੋਈ 18 1 ਸਾਲ ਪਹਿਲਾਂ ਕਹਿਤਾ, ਅਮਰੀਕਾ ਤੋਂ 1 ਸਾਲ ਪਹਿਲਾਂ ਉਪਗ੍ਰਹਿ ਛੱਡਿਆ ਗਿਆ ਵੀ 18 ਫਰਵਰੀ ਜਾ ਕੇ ਮੰਗਲ ਗ੍ਰਹਿ 'ਤੇ ਉਤਰੇਗਾ, ਅਤੇ 18 ਨੂੰ ਹੀ ਜਾ ਕੇ ਉਤਰਿਆ ਉੱਥੇ। ਕਿੰਨੀ ਜ਼ਬਰਦਸਤ ਸਾਇੰਸ ਹੈ। ਔਰ ਫਿਰ ਵੇਖ ਰਹੇ ਨੇ, ਤੇ ਹੇਠੋਂ ਵੇਖ ਰਹੇ ਨੇ ਕਿ ਉਹ ਉਤਰ ਗਿਆ ਹੈ, ਉਹਨੇ ਕੋਈ ਛਾਲਾਂ ਮਾਰੀਆਂ, ਉਤਰਿਆ ਹੋਇਆ ਬੁੜਕਿਆ ਜਿਵੇਂ ਪਈ ਉਹਨੇ। ਫਿਰ ਜਿਹੜਾ ਹੈ ਉਹਨੇ ਆਪਣੇ ਤਸਵੀਰਾਂ ਭੇਜਣੀਆਂ ਉੱਥੋਂ ਸ਼ੁਰੂ ਕਰਤੀਆਂ। ਪਰ ਉੱਥੇ ਜਿਹੜੇ ਜੀਵ ਰਹਿੰਦੇ ਨੇ ਉਹ ਇਹਨਾਂ ਅੱਖਾਂ ਨਾਲ ਨਹੀਂ ਦਿਸਦੇ, ਕਿਸੇ ਨੂੰ ਨਹੀਂ ਪਤਾ ਤੇ ਕਿਹੜੇ ਜੀਵ ਰਹਿੰਦੇ ਨੇ, ਕਿਉਂ ਸਾਨੂੰ ਇਹਨਾਂ ਅੱਖਾਂ ਨਾਲ ਦਿਸਦੇ ਹੀ ਨਹੀਂ ਹੈਗੇ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਜਿਹੜੇ ਦਿਵ ਰਿਸ਼ੀ, ਉਹ ਕਹਿੰਦੇ ਜਿੰਨੀਆਂ ਵੀ ਧਰਤੀਆਂ ਨੇ ਸਭ 'ਤੇ ਜੀਵ ਰਹਿੰਦੇ ਨੇ। ਹਾਂ, ਸਾਨੂੰ ਦਿਸਣ ਨਾ ਦਿਸਣ, ਜੇ ਅਸੀਂ ਰੱਬ ਨੂੰ ਮੰਨ ਲਿਆ ਵੀ ਰੱਬ ਸਭ ਥਾਂ 'ਤੇ ਹੈ, ਹਾਂ ਸਾਨੂੰ ਦਿਸੇ ਨਾ ਦਿਸੇ ਗੱਲ ਵੱਖਰੀ ਹੈ। ਕੋਈ ਥਾਂ ਜੀਵਾਂ ਤੋਂ ਖਾਲੀ ਨਹੀਂ ਹੈਗੀ। ਤਾਂਬੇ ਦੀ ਧਰਤੀ ਬਣਾ ਕੇ ਵੀ ਰੱਬ ਨੇ ਉੱਥੇ ਵੀ ਨਰਕ ਭੋਗਣ ਲਈ ਬੰਦੇ ਭੇਜ, ਚਲੋ ਤੇ ਉਹ ਵੀ ਖਾਲੀ ਨਹੀਂ ਹੈ, ਉਹ ਵੀ ਹਾਲਾਂਕਿ ਤਾਂਬੇ ਦੀ ਧਰਤੀ ਹੈ, ਕੋਈ ਉੱਥੇ ਫਸਲ ਨਹੀਂ ਹੁੰਦੀ, ਕੋਈ ਉੱਥੇ ਪਾਣੀ ਨਹੀਂ ਹੈ, ਕੋਈ ਉੱਥੇ ਖਾਣ ਪੀਣ ਨੂੰ ਕੁਛ ਨਹੀਂ ਹੈ, ਨਿਰਾ ਸੇਕ ਹੀ ਸੇਕ ਹੈ। ਉੱਥੇ ਬੰਦੇ ਰੱਖੇ ਚੋ ਤੜਫੀ ਜਾਓ, ਖਾਲੀ ਕੁਛ ਵੀ ਨਹੀਂ ਹੈਗਾ, ਹਰ ਥਾਂ 'ਤੇ ਕੁਝ ਨਾ ਕੁਝ ਹੈ। ਖੈਰ, ਗੁਰੂ ਮਹਾਰਾਜ ਕਹਿੰਦੇ ਨਿਰਮਲ ਨਾਮ ਨਾ ਵਿਸਰੇ, ਜੇ ਗੁਣ ਕਾ ਗਾਹਕ ਹੋਏ। ਜੇ ਗੁਣਾਂ ਦਾ ਗਾਹਕ ਹੋਵੇ ਨਾ ਬੰਦਾ, ਫਿਰ ਉਹਨੂੰ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਕਿਉਂਕਿ ਸਭ ਤੋਂ ਕੀਮਤੀ ਹੈ। ਪਰਮਾਤਮਾ ਦਾ ਨਾਮ ਸਭ ਤੋਂ ਕੀਮਤੀ ਹੈ। ਮਾਇਆ ਨਾਲ ਅਸੀਂ ਬਹੁਤ ਕੁਛ ਖਰੀਦ ਸਕਦੇ ਹਾਂ, ਪਰ ਸਭ ਕੁਛ ਨਹੀਂ ਖਰੀਦ ਸਕਦੇ।
ਨਾਮ 'ਚ ਇੰਨੀ ਸ਼ਕਤੀ ਹੈ ਕਿ ਨਾਮ ਨਾਲ ਸਭ ਕੁਝ ਹੀ ਖਰੀਦਿਆ ਜਾ ਸਕਦਾ ਹੈ। ਨਾਮ ਦੀ ਇੰਨੀ ਕੀਮਤ ਹੈ। ਉਹਦੇ ਅੰਦਰ ਰੱਬ ਹੀ ਵੱਸ 'ਚ ਕਰ ਲੈਂਦੇ ਨਾਮ ਨਾਲ। ਮਾਇਆ ਨਾਲ ਰੱਬ ਵੱਸ 'ਚ ਨਹੀਂ ਹੁੰਦਾ। ਮਾਇਆ ਨਾਲ ਸਰਕਾਰ ਵੱਸ 'ਚ ਕੀਤੀ ਜਾ ਸਕਦੀ ਹੈ, ਕੋਈ ਸ਼ੱਕ ਨਹੀਂ, ਪਰ ਮਾਇਆ ਨਾਲ ਰੱਬ ਨੂੰ ਵੱਸ 'ਚ ਨਹੀਂ ਕੀਤਾ ਜਾ ਸਕਦਾ। ਪਰ ਨਾਮ 'ਚ ਇੰਨੀ ਤਾਕਤ ਹੈ, ਨਾਮ ਨਾਲ ਰੱਬ ਨੂੰ ਵੀ ਵੱਸ 'ਚ ਕੀਤਾ ਜਾ ਸਕਦਾ ਹੈ। ਨਾਮ 'ਚ ਇੰਨੀ ਤਾਕਤ ਹੈ। ਇਸ ਲਈ ਜਿਹੜਾ ਗੁਣਾਂ ਦਾ ਗਾਹਕ ਹੁੰਦਾ ਨਾ, ਉਹੀ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਕਦੇ ਫਿਰ ਨਾਮ ਭੁੱਲਦਾ ਨਹੀਂ ਹੈਗਾ। ਅੱਗੇ ਕਦੇ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਾਲ, ਘੜੀ ਕੇ ਮੋਹਤ ਕੇ ਚੱਲਣ ਖੇਲਣ ਅੱਜ ਕੇ ਕੱਲ, ਜਿਸ ਤੂੰ ਮੇਲੇ ਸੋ ਮਿਲੇ ਜਾਏ ਸੱਚਾ ਪਿੜ ਮੱਲ। ਪੰਖ ਨੂੰ ਮਨੇ ਪੰਛੀ ਜੋ ਚੁਗਦੇ ਸਰ ਤਲ, ਜਿਹੜੇ ਧਰਤੀ ਦੇ ਚੋਗ ਚੁਗਦੇ ਸਨ, ਕਹਿੰਦੇ ਉਹ ਵੀ ਆਪਣੇ ਜੀਵਨ ਰੂਪੀ ਖੇਡ ਖੇਡ ਕੇ ਸੰਸਾਰ ਤੋਂ ਚਲੇ ਗਏ। ਇੱਥੇ ਕਿਸੇ ਨਹੀਂ ਰਹਿਣਾ, ਅਸੀਂ ਵੀ ਆਪਣੀ ਜੀਵਨ ਦੀ ਖੇਡ ਖੇਡ ਕੇ ਸੰਸਾਰ ਤੋਂ ਚਲੇ ਜਾਣਾ ਹੈ। ਘੜੀ ਕੇ ਮੋਹਤ ਕੇ ਚੱਲਣਾ, ਘੜੀ 24.5 ਮਿੰਟ ਦੀ ਹੁੰਦੀ ਹੈ, ਮੋਹਤ 2 ਘੜੀਆਂ ਦਿੰਦਾ। ਮਹੂਰਤ ਕਹਿੰਦੇ ਨੇ ਉਹਨੂੰ, 49 ਮਿੰਟ ਦੀ। ਪੰਡਤਾਂ ਕੋਲ ਚਲੇ ਜਾਓ, ਜੇ ਅਸੀਂ ਲੜਕੀ ਜਾਂ ਲੜਕੇ ਸ਼ਾਦੀ ਕਰਨੀ ਹੈ, ਮਹੂਰਤ ਕੱਢੋ, ਸ਼ੁਭ ਸਮਾਂ। ਮਹੂਰਤ ਸ਼ੁਭ ਸਮਾਂ, ਉਹਨੂੰ ਛੋਟਾ ਬਣਾਇਆ ਮੋਹਤ। ਮਹੂਰਤ ਨੂੰ ਛੋਟਾ ਕੀ ਬਣਾਇਆ? ਮੋਹਤ। ਉਹ 49 ਮਿੰਟਾਂ ਦਾ ਹੁੰਦਾ। ਆਮ ਤੌਰ 'ਤੇ 50 ਮਿੰਟ ਕਹਿ ਦਿੰਦੇ ਨੇ ਬਈ 3 ਵਜੇ ਤੋਂ ਲੈ ਕੇ 3:50 ਦੇ ਵਿੱਚ ਤੁਸੀਂ ਸ਼ੁਰੂ ਕਰਨਾ। ਮੁੱਕੇ ਜਦੋਂ ਮਰਜ਼ੀ ਹੈ, ਮੁੱਕੇ ਭਾਵੇਂ ਕਦੋਂ ਮਰਜ਼ੀ ਹੈ। ਤੁਸੀਂ ਮੰਨ ਲਓ ਨਾ ਟਾਈਮ ਕੱਢ ਮਹੂਰਤ ਕੱਢ 3 ਵਜੇ ਤੋਂ ਲੈ ਕੇ 3:50 ਤੱਕ, ਇਹਦੇ ਵਿੱਚ ਆਨੰਦ ਕਾਰਜ ਜੋ ਵੀ ਇਹਨਾਂ ਦਾ ਸਿਸਟਮ ਹੈ ਸ਼ੁਰੂ ਕਰ ਲਓ। ਵਿਆਹ ਦੀ ਰਸਮ, ਹਾਂ ਮੁੱਕੇ 5 ਵਜੇ ਮੁੱਕੇ, 6 ਵਜੇ ਮੁੱਕੇ, ਇਹਦੇ ਵਿੱਚ ਵੀ ਸ਼ੁਰੂ ਕਰਨਾ। ਉਹਨੂੰ ਕਹਿੰਦੇ ਮਹੂਰਤ ਸ਼ੁਭ ਸਮਾਂ, ਅਤੇ ਭਾਵ ਹੈ 2 ਘੜੀਆਂ। ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ, ਘੜੀ 2 ਘੜੀ ਨੇ ਸੰਸਾਰ ਤੋਂ ਚਲੇ ਜਾਣਾ ਹੈ। ਅੱਜ ਗਏ, ਜੀਵਨ ਦੀ ਖੇਡ ਖੇਡ ਕੇ ਕੱਲ੍ਹ ਨੂੰ ਗਏ। ਇਹ ਜੀਵਨ ਦੀ ਖੇਡ ਹੈ, ਘੜੀਆਂ 2 ਘੜੀਆਂ, ਅੱਜ ਗਏ ਕੱਲ੍ਹ ਗਏ, ਕੋਈ ਪੱਕਾ ਪਤਾ ਨਹੀਂ ਕਦੋਂ ਚਲੇ ਜਾਣਾ। ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮੱਲ। ਇਹ ਪਰਮਾਤਮਾ, ਜਿਸ ਨੂੰ ਤੂੰ ਆਪਣੇ ਨਾਲ ਮਿਲਾਉਂਦਾ ਨਾ, ਉਹੀ ਤੇਰੇ ਨਾਲ ਮਿਲਦਾ ਹੈ। ਫਿਰ ਉਹ ਸੱਚਾ ਪਿੜ ਮੱਲਦਾ ਜਾ ਕੇ। ਪਰ ਸੱਚਾ ਹੁੰਦਾ ਸਦਾ ਰਹਿਣ ਵਾਲਾ, ਪਿੜ ਹੁੰਦਾ ਸਥਾਨ, ਮੱਲ ਹੁੰਦਾ ਜਾ ਕੇ ਬੈਠ ਜਾਣਾ। ਅਗਲਾ ਕਹਿੰਦੇ ਮੇਰੀ ਥਾਂ ਮੱਲ ਲਈ ਜੀ ਇਸਨੇ, ਪਰ ਮੇਰੀ ਥਾਂ 'ਤੇ ਆ ਕੇ ਬਹਿ ਗਿਆ ਜੀ। ਭਾਵ ਉਸ ਮਨੁੱਖ ਨੂੰ ਰਹਿਣ ਲਈ ਫਿਰ ਸਦੀਵੀ ਥਾਂ ਪ੍ਰਾਪਤ ਹੋ ਜਾਂਦੀ ਹੈ ਪਰਮਾਤਮਾ ਦੇ ਦਰ 'ਤੇ, ਸੱਚਖੰਡ ਦੇ ਵਿੱਚ। ਜਿਹਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ, ਉਹਨੂੰ ਫਿਰ ਸੱਚਾ ਪਿੜ ਪ੍ਰਾਪਤ, ਸੱਚੀ ਥਾਂ, ਸਦਾ ਰਹਿਣ ਵਾਲੀ ਥਾਂ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਬਿਨ ਗੁਰ ਪ੍ਰੀਤ ਨ ਉਪਜੈ, ਹਉਮੈ ਮੈਲ ਨ ਜਾਏ, ਸੋਹੰ ਆਪ ਪਛਾਣੀਐ, ਸ਼ਬਦ ਭੇਦ ਪਤੀਆਏ, ਗੁਰਮੁਖ ਆਪ ਪਛਾਣੀਐ, ਅਵਰ ਕੇ ਕਰੇ ਕਰਾਏ। ਬਿਨ ਗੁਰ ਪ੍ਰੀਤ ਨ ਉਪਜੈ, ਗੁਰੂ ਤੋਂ ਬਿਨਾਂ ਰੱਬ ਨਾਲ ਪਿਆਰ ਹੀ ਨਹੀਂ ਪੈਦਾ ਹੁੰਦਾ। ਕਿਉਂ? ਗੁਰੂ ਨੇ ਸੋਝੀ ਦੇਣੀ ਹੈ, ਭਾਈ ਨਾਮ ਜਪੋ, ਪਿਆਰ ਕਰੋ। ਜੇ ਗੁਰੂ ਨਹੀਂ ਹੈਗਾ ਤਾਂ ਪਤਾ ਕੀ ਲੱਗੇਗਾ? ਬਿਨ ਗੁਰ ਪ੍ਰੀਤ ਨ ਉਪਜੈ, ਗੁਰੂ ਤੋਂ ਬਿਨਾਂ ਅੰਦਰ ਰੱਬ ਪ੍ਰਤੀ ਪਿਆਰ ਹੀ ਨਹੀਂ ਪੈਦਾ ਹੁੰਦਾ। ਹਉਮੈ ਮੈਲ ਨਾ ਜਾਏ। ਜਿਹੜੇ ਸਾਡੇ ਕਰਮ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪਹਿਲਾਂ ਅੰਦਰ ਹੁੰਦੇ ਨੇ, ਫਿਰ ਅਸੀਂ ਇਹਨਾਂ ਦੇ ਸਰੀਰ ਨਾਲ ਵਰਤੋਂ ਕਰਦੇ ਹਾਂ, ਉਹਦੇ ਪਾਪ ਬਣ ਜਾਂਦੇ ਨੇ। ਪਹਿਲੇ ਮਨ ਨੂੰ ਮੈਲਿਆਂ ਕਰਦੇ ਨੇ। ਮਨ 'ਚ ਇਹਨਾਂ 5 ਦਾ ਖਿਆਲ ਹੁੰਦਾ ਹੈ, ਮਨ ਮੈਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜਦੋਂ ਇਹ 5 'ਚੋਂ ਅਸੀਂ ਕੋਈ ਕਰਦੇ, ਕਿਸੇ ਦੇ ਅਧੀਨ ਆ ਕੇ, ਕ੍ਰੋਧ ਦੇ ਅਧੀਨ ਆ ਕੇ ਕਰਮ ਕੀਤਾ, ਕੁੱਟ ਮਾਰ ਦਿੱਤਾ, ਗਾਲਾਂ ਕੱਢ ਦਿੱਤਾ, ਥੱਪੜ ਮਾਰਤਾ, ਮੋਹ 'ਚ ਆ ਕੇ ਨਜਾਇਜ਼ ਪਿਆਰ ਕੀਤਾ ਹੈ। ਇਸ ਤਰ੍ਹਾਂ ਇਹ ਪਹਿਲਾਂ ਮਨ 'ਚ ਹੁੰਦੇ ਨੇ। ਜਦੋਂ ਮਨ 'ਚ ਇਹਨਾਂ ਦਾ ਖਿਆਲ ਆਉਂਦਾ, ਇਹ ਮਨ ਨੂੰ ਮੈਲਿਆਂ ਕਰਦੇ ਨੇ। ਜਦੋਂ ਫਿਰ ਕਰਮ ਹੋ ਜਾਂਦਾ, ਫਿਰ ਉਹ ਭੋਗਣੇ ਪੈਂਦੇ ਨੇ। ਹਾਂਜੀ, ਇਸ ਲਈ ਕਹਿੰਦੇ ਹਉਮੈ ਦੇ ਅੰਦਰ ਮੈਲ ਹੈ, ਉਹ ਜਾਂਦੀ ਨਹੀਂ ਹੈ। ਕਿਉਂ? ਗੁਰੂ ਨਾਲ ਪਿਆਰ ਕੋਈ ਨਹੀਂ। ਗੁਰੂ ਤੋਂ ਬਿਨਾਂ ਪਰਮਾਤਮਾ ਨਾਲ ਪਿਆਰ ਨਹੀਂ ਹੈਗਾ, ਅਤੇ ਪਿਆਰ ਤੋਂ ਬਿਨਾਂ ਅੰਦਰ ਹਉਮੈ ਦੀ ਮੈਲ ਹੈ, ਉਹ ਖਤਮ ਨਹੀਂ ਹੁੰਦੀ।
ਸੋਹੰ ਆਪ ਪਛਾਣੇ। ਸੋਹੰ ਪਰਮਾਤਮਾ ਨੂੰ ਕਹਿੰਦੇ ਨੇ। ਸ਼ਬਦੀ ਅਰਥ ਹੈ ਉਹ ਮੈਂ ਹੀ ਹਾਂ। ਜੇ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਉਹਨੂੰ ਸੋਹੰ ਕਹਿੰਦੇ ਨੇ। ਸੋਹੰਗ ਆਪ ਪਛਾਣੀਏ ਸ਼ਬਦ ਭੇਦ ਪਤੀਆਏ। ਸ਼ਬਦ ਦੇ ਰਾਹੀਂ ਜਦੋਂ ਮਨੁੱਖ ਆਪਣੇ ਮਨ ਨੂੰ ਵਿੰਨ ਲੈਂਦਾ ਨਾ, ਫਿਰ ਪਤੀਆਏ ਹੁੰਦਾ ਕਿਸੇ ਚੀਜ਼ ਨੂੰ ਮੰਨ ਜਾਣਾ। ਮਨ ਕਿਸੇ ਗੱਲ ਨੂੰ ਮੰਨ ਜਾਣਾ ਅਲ ਕਹਿੰਦਾ ਪਤਿਆ ਗਿਆ ਹੈ, ਪਤੀਤ ਗਿਆ ਹੈ ਮਨ। ਜਦੋਂ ਗੁਰੂ ਦੇ ਸ਼ਬਦ ਦੇ ਨਾਲ ਮਨ ਨੂੰ ਵਿੰਨਿਆ ਜਾਂਦਾ ਹੈ, ਇਹ ਮਨ ਰੱਬ ਨੂੰ ਮੰਨ ਜਾਂਦਾ ਹੈ। ਫਿਰ ਜਦ ਮੰਨ ਜਾਂਦਾ ਹੈ, ਫਿਰ ਇਹਨੂੰ ਆਪਣੀ ਅਤੇ ਪਰਮਾਤਮਾ ਦੀ ਪਹਿਚਾਣ ਹੋ ਜਾਂਦੀ ਹੈ। ਇਹ ਦੋਨਾਂ ਨੂੰ ਜਾਣ ਲੈਂਦਾ। ਫਿਰ ਆਪਣੇ ਆਪ ਨੂੰ ਜਾਣ ਲਿਆ, ਸਮਝੋ ਰੱਬ ਨੂੰ ਜਾਣ ਲਿਆ। ਰੱਬ ਨੂੰ ਜਾਣ ਲਿਆ, ਸਮਝੋ ਆਪਣੇ ਆਪ ਨੂੰ ਜਾਣ ਲਿਆ ਹੈ। ਦੋਨਾਂ ਦਾ ਇਕੱਠਾ ਹੀ ਗਿਆਨ ਹੋ ਜਾਂਦਾ ਹੈ। ਗੁਰਮੁਖ ਆਪ ਪਛਾਣੀਏ ਅਵਰ ਕੇ ਕਰੇ ਕਰਾਏ। ਗੁਰੂ ਦੇ ਰਾਹੀਂ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ ਕਿ ਮੈਂ ਕੌਣ ਹਾਂ। ਮੈਂ ਕੌਣ ਹਾਂ। ਸੰਤ ਵਰਿਆਮ ਸਿੰਘ ਜੀ ਜੋ ਪਹਿਲੀ ਵਾਰੀ ਸੰਤ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਮਿਲੇ, ਕਹਿੰਦੇ ਮੈਂ 18 ਸਾਲ ਦਾ ਸੀ। ਮੇਰੇ ਮਾਤਾ ਪਿਤਾ ਜਾਂਦੇ ਹੁੰਦੇ, ਮੈਨੂੰ ਪਹਿਲੀ ਵਾਰੀ ਲੱਗ ਗਈ ਕਿ ਮੈਂ ਜਾ ਅਜੇ ਖਲੋਤਾ। ਮੈਨੂੰ ਕਹਿੰਦੇ ਕਾਕਾ ਤੂੰ ਕੌਣ ਹੈ? ਮੈਂ ਚੁੱਪ। ਫਿਰ ਕਹਿੰਦੇ ਕਾਕਾ ਤੂੰ ਕੌਣ ਹੈ? ਮੈਂ ਚੁੱਪ। ਕੋਲੋਂ ਕੋਈ ਬੋਲਿਆ ਕਾਕਾ ਆਪਣਾ ਨਾਮ ਦੱਸ ਦੇ। ਮਹਾਂਪੁਰਖ ਚੁੱਪ ਰਹੋ, ਮੈਂ ਜੋ ਪੁੱਛ ਰਿਹਾ ਤੁਸੀਂ ਵਿੱਚ ਬੋਲਣਾ। ਕਹਿੰਦੇ ਕਾਕਾ ਤੂੰ ਕੌਣ ਹੈ? ਜੋ 3-4 ਵਾਰੀ ਕਿਹਾ ਨਾ, ਕਹਿੰਦੇ ਜੀ ਮੈਨੂੰ ਇਹ ਤਾਂ ਪਤਾ ਮੈਂ ਕੌਣ ਹਾਂ, ਪਰ ਮੈਨੂੰ ਦੱਸਣਾ ਨਹੀਂ ਆਉਂਦਾ। ਕਹਿੰਦੇ ਮੈਂ ਪਿੱਛੇ ਜਾਈ ਗਿਆ ਪਿਛਲੇ ਜਨਮ, ਉਦੋਂ ਪਿਛਲੇ ਜਿਹੜਾ ਸਭ ਤੋਂ ਪਹਿਲਾਂ ਮੇਰਾ ਜਨਮ ਸੀ ਮੈਂ ਉਹ ਵੀ ਵੇਖ ਲਿਆ। ਪਰ ਮੈਨੂੰ ਅਜੇ ਇਹ ਨਹੀਂ ਪਤਾ ਲੱਗਾ ਕਿ ਮੈਂ ਕੌਣ ਹਾਂ। ਮੈਨੂੰ ਦੱਸਣਾ ਨਹੀਂ ਆਉਂਦਾ ਜੀ ਮੈਂ ਕੌਣ ਹਾਂ। ਅਤੇ ਕਹਿੰਦੇ ਮਹਾਂਪੁਰਖ ਨੇ 40 ਮਿੰਟ ਅੱਖਾਂ ਬੰਦ ਕੀਤੀਆਂ, ਸਾਰੇ ਚੁੱਪ ਕਰ ਬੈਠੇ। 40 ਮਿੰਟਾਂ ਬਾਅਦ ਕਹਿੰਦੇ ਕਾਕਾ ਸਿਰਫ ਇੱਕੋ ਕਦਮ ਤੂੰ ਹੋਰ ਪੁੱਟਣਾ, ਉਹ ਪੁੱਟ ਲੈ ਅਤੇ ਬਸ ਤੇਰਾ ਨਿਬੜਿਆ ਕੰਮ। ਇਸ ਲਈ ਇਹ ਮੈਂ ਕੌਣ ਹਾਂ, ਮੈਂ ਜੈਮਲ ਸਿੰਘ ਹਾਂ ਨਹੀਂ ਹਾਂ। ਇਹ ਤਾਂ ਮੇਰਾ ਨਾਮ ਹੈ, ਇਹ ਤਾਂ ਸਰੀਰ ਦਾ ਨਾਮ ਹੈ। ਮੈਂ ਕੌਣ ਹਾਂ? ਮੋਹੀ ਤੋਹੀ ਮੋਹੀ ਅੰਤਰ। ਮੈਂ ਉਹੀ ਹਾਂ, ਮੈਂ ਉਹੀ ਹਾਂ ਜਿਸ ਦਾ ਮੈਂ ਨਾਮ ਜਪ ਰਿਹਾ ਹਾਂ। ਮੈਂ ਉਸੇ ਦੀ ਅੰਸ਼ ਹਾਂ, ਮੈਂ ਉਸੇ ਦੀ ਅੰਸ਼ ਹਾਂ ਜਿਹਦਾ ਮੈਂ ਨਾਮ ਜਪ ਰਿਹਾ ਹਾਂ। ਇਹ ਜਾ ਕੇ ਉਦੋਂ ਪਤਾ ਲੱਗੂ ਜਦੋਂ ਅਸੀਂ ਇਸ ਅਵਸਥਾ 'ਤੇ ਜਾ ਕੇ ਪਹੁੰਚੇ। ਹੁਣ ਤਾਂ ਮੈਂ ਗੁਰਬਾਣੀ ਦੀ ਗੱਲਾਂ ਤੁਹਾਡੇ ਨਾਲ ਕਰ ਰਿਹਾ ਨਾ। ਜਦੋਂ ਮੇਰਾ ਪ੍ਰੈਕਟੀਕਲ ਹੋਵੇਗਾ ਫਿਰ ਉਹ ਜਿਹੜੀ ਮੈਂ ਹੁਣ ਤੁਹਾਨੂੰ ਕਹਿ ਰਿਹਾ ਕਿ ਮੈਂ ਕੌਣ ਹਾਂ, ਜਦੋਂ ਸਾਡੇ ਭਗਤ ਉੱਥੇ ਪਹੁੰਚੀ ਉਸ ਅਵਸਥਾ, ਤਾਂ ਉਹਨਾਂ ਕਿਹਾ ਤੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪਰਮਾਤਮਾ ਤੇਰੇ ਮੇਰੇ ਤੇਰੇ 'ਚ ਹੁਣ ਕੋਈ ਫਰਕ ਹੀ ਨਹੀਂ ਰਿਹਾ। ਤੇਰਾ ਤੇ ਮੇਰਾ ਇੱਕੋ ਹੀ ਰੂਪ ਹੋ ਗਿਆ ਹੈ। ਸਾਡਾ ਦੋਨਾਂ ਦਾ ਇੱਕੋ ਹੀ, ਅਸੀਂ ਤੇਰੀ ਹੀ ਅੰਸ਼ ਹਾਂ। ਸੋ ਇਸ ਲਈ ਫਿਰ ਜਿਹੜਾ ਹੈ ਅਵਰ ਕੀ ਕਰੇ ਹੋਰ ਕੋਈ ਕੀ ਕਹਿ ਸਕਦਾ ਅਤੇ ਕੀ ਕਰ ਸਕਦਾ ਹੈ। ਇਹ ਤਾਂ ਜਦੋਂ ਗੁਰਮੁਖ ਬੰਦਾ ਹੁੰਦਾ ਬਣਦਾ, ਫਿਰ ਆਪਣੇ ਆਪ ਨੂੰ ਉਹ ਪਛਾਣਦਾ ਹੈ ਕਿ ਮੈਂ ਕੌਣ ਹਾਂ। ਮੈਂ ਪਰਮਾਤਮਾ ਹੈ, ਮਨ ਤੂੰ ਜੋਤ ਸਰੂਪ ਹੈ। ਮੈਂ ਉਸੇ ਦਾ ਹੀ ਸਰੂਪ ਹਾਂ, ਮੈਂ ਉਸੇ ਦਾ ਹੀ ਸਰੂਪ ਹਾਂ ਜਿਹਨੂੰ ਮੈਂ ਰੋਜ਼ ਜਪਦਾ ਰਹਿੰਦਾ ਹਾਂ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।